ਨਿਆਗਾਉਂ ਦੇ ਵਿੱਚ ਨੈਸ਼ਨਲ ਲੈਵਲ ਤੇ ਤੀਰਅੰਦਾਜ਼ ਦੀ ਗੋਲਡ ਮੈਡਲਿਸਟ ਭਾਵਨਾ ਨੇ ਕੀਤੀ ਖੁਦਕੁਸ਼ੀ। ਪਿਤਾ ਨੇ ਸਹੁਰੇ ਪਰਿਵਾਰ ਤੇ ਦਾਜ ਲਈ ਤੰਗ ਦਿਲਾਏ ਇਲਜ਼ਾਮ। ਪੁਲਿਸ ਨੇ ਪ੍ਰੋਫੈਸਰ ਪਤੀ ਨੂੰ ਕੀਤਾ ਗ੍ਰਿਫਤਾਰ। ਖੰਨਾ ਦੇ ਵਿੱਚ ਲੇਬਰ ਨੂੰ ਲਿਜਾ ਰਹੀ ਵੈਨ ਦੀ ਸਰੀ ਦੇ ਨਾਲ ਭਰੇ ਟਰੱਕ ਦੇ ਨਾਲ ਜ਼ਬਰਦਸਤ ਟੱਕਰ। ਹਾਦਸੇ ਦੇ ਵਿੱਚ ਇੱਕ ਮਹਿਲਾ ਦੀ ਮੌਤ, 15 ਗੰਭੀਰ ਜ਼ਖਮੀ। ਅੱਜ ਮੋਗਾ ਦੇ ਪਿੰਡ ਬੁੱਧ ਸਿੰਘ ਵਾਲਾ ਪਹੁੰਚੇਗਾ ਅੰਮ੍ਰਿਤਪਾਲ। ਪੁਲਿਸ ਨੂੰ ਗ੍ਰਿਫਤਾਰ ਕਰਨ ਦੀ ਦਿੱਤੀ ਸੀ ਚੁਣੌਤੀ। ਕਿਹਾ ਜਿੰਨੀ ਪੁਲਿਸ ਫੋਰਸ ਲਾ ਕੇ ਗ੍ਰਿਫਤਾਰ ਕਰਨਾ ਹੈ ਕਰ ਲਓ। ਨੌਜਵਾਨ ਨੂੰ ਅਗਵਾ ਕਰਕੇ ਕੁੱਟਮਾਰ ਦੇ ਮਾਮਲੇ ਦੇ ਵਿੱਚ ਦਰਜ ਹੈ FIR। ਇੱਕ ਦਿਨ ਦੇ ਪੁਲਿਸ ਰਿਮਾਂਡ ਤੇ ਅੰਮ੍ਰਿਤਪਾਲ ਦਾ ਸਮਰਥਕ ਲਵਪ੍ਰੀਤ ਸਿੰਘ ਤੂਫਾਨ ਦੇਰ ਰਾਤ ਪੁਲਿਸ ਨੇ ਅਜਨਾਲਾ ਕੋਰਟ ਦੇ ਵਿੱਚ ਕੀਤਾ ਪੇਸ਼। FIR ਦੇ ਵਿੱਚ ਕੇਸਾਂ ਦੀ ਬੇਅਦਬੀ ਦੀ ਧਾਰਾ ਵੀ ਜੁੜੀ। ਲੋਕ ਸਭਾ ਚੋਣਾਂ ਦੇ ਲਈ ਮਿਸਿਸ ਸਿੱਧੂ ਨੇ ਪਟਿਆਲਾ ਤੋਂ ਠੋਕੀ ਤਾਲ। ਸਮਰਥਕਾਂ ਨੇ ਕੀਤਾ ਐਲਾਨ ਤਾਂ ਬੋਲੇ ਨਵਜੋਤ ਕੌਰ, ਮੌਕਾ ਮਿਲਿਆ ਤਾਂ ਜ਼ਰੂਰ ਕਰਾਂਗੀ ਸੇਵਾ। ਦਿੱਲੀ ਸ਼ਰਾਬ ਘੁਟਾਲੇ ਦੇ ਵਿੱਚ ਮਨੀਸ਼ ਸਿਸੋਦੀਆ ਨੇ CBI ਅੱਗੇ ਪੇਸ਼ ਹੋਣ ਦੇ ਲਈ ਮੰਗਿਆ ਸਮਾਂ। ਬਜਟ ਦੀਆਂ ਤਿਆਰੀਆਂ ਦਾ ਦਿੱਤਾ ਹਵਾਲਾ। ਅੱਜ ਪੇਸ਼ੀ ਦੇ ਲਈ CBI ਨੇ ਦਿੱਤੇ ਹੋਏ ਸੀ ਸੰਮਨ। ਡਰੱਗ ਰਿਪੋਰਟ ਤੇ ਬਿਕਰਮ ਮਜੀਠੀਆ ਦਾ CM ਮਾਨ ਨੂੰ ਚੈਲੰਜ। ਕਿਹਾ ਜੇਕਰ ਹਿੰਮਤ ਹੈ ਤਾਂ ਖੋਲ ਕੇ ਦਿਖਾਓ ਰਿਪੋਰਟ, ਮੈਂ ਕਿਸੇ ਤੋਂ ਨਹੀਂ ਡਰਦਾ। ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਦਾਅਵਾ। ਬੋਲੇ NCB ਦੇ ਅੰਕੜਿਆਂ ਦੇ ਮੁਤਾਬਿਕ ਪੰਜਾਬ ਦੇ ਵਿੱਚ ਘਟੀ ਅਪਰਾਧਿਕ ਮਾਮਲਿਆਂ ਦੀ ਗਿਣਤੀ ਤਾਂ ਅਰਵਿੰਦ ਕੇਜਰੀਵਾਲ ਨੇ ਵੀ ਥਾਪੜੀ ਪਿੱਚ। ਕੇਂਦਰ ਨੇ ਸੂਬਿਆਂ ਨੂੰ ਜਾਰੀ ਕੀਤਾ GST ਦਾ ਬਕਾਇਆ। ਪੰਜਾਬ ਨੂੰ ਮਿਲੇ 995 ਕਰੋੜ ਰੁਪਏ। ਵਿੱਤ ਮੰਤਰੀ ਹਰਪਾਲ ਚੀਮਾ ਨੇ ਕੇਂਦਰੀ ਖਜ਼ਾਨਾ ਮੰਤਰੀ ਦਾ ਕੀਤਾ ਧੰਨਵਾਦ। ਬੰਬੀਹਾ ਗੈਂਗ ਦੇ ਸ਼ੂਟਰ ਚੜੇ ਬਠਿੰਡਾ ਪੁਲਿਸ ਦੇ ਹੱਥੇ। ਨੇੜੇ ਦੇ ਜ਼ਿਲ੍ਹਿਆਂ ਦੇ ਵਿੱਚ ਟਾਰਗੇਟ ਕਿਲਿੰਗ ਦੀ ਕਰ ਰਹੇ ਸਨ ਪਲੈਨਿੰਗ। ਹਾਈਟੈਕ ਅਸਲਾ ਵੀ ਬਰਾਮਦ। ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਤੋਂ ਫਿਰ ਮਿਲੇ 9 ਮੋਬਾਈਲ। ਸਰਚ ਆਪਰੇਸ਼ਨ ਬਾਹਰੋਂ ਸੁੱਟੇ ਗਏ 5 ਪੈਕਟਾਂ ਦੀ ਹੋਈ ਬਰਾਮਦਗੀ। ਅਣਪਛਾਤਿਆਂ ਦੇ ਖਿਲਾਫ ਮਾਮਲਾ ਦਰਜ। ਚੰਡੀਗੜ੍ਹ ਦੇ ਵਿੱਚ ਚੱਲ ਰਹੇ ਰੋਜ਼ ਫੈਸਟੀਵਲ ਦਾ ਅੱਜ ਤੀਜਾ ਤੇ ਅੰਤਿਮ ਦਿਨ। ਸੱਭਿਆਚਾਰਕ ਪ੍ਰੋਗਰਾਮਾਂ ਦਾ ਆਨੰਦ ਮਾਣ ਰਹੇ ਲੋਕ। ਵੇਖਣ ਨੂੰ ਮਿਲ ਰਹੇ ਵੱਖ-ਵੱਖ ਤਰ੍ਹਾਂ ਦੇ ਫੁੱਲ ਬੂਟੇ। ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡੇ ਨਾਲ ਖੁਸ਼ਜੋਤ ਸੰਧੂ। ਤਾਂ ਸ਼ੁਰੂਆਤ ਕਰਦੇ ਹਾਂ ਖਬਰਾਂ ਦੀ। ਨਿਆਗਾਉਂ ਤੋਂ। ਨਿਆਗਾਉਂ ਦੇ ਵਿੱਚ ਤੀਰਅੰਦਾਜ਼ ਦੀ ਕੌਮੀ ਖਿਡਾਰਨ ਨੇ ਖੁਦਕੁਸ਼ੀ ਕੀਤੀ ਹੈ, ਸੁਸਾਈਡ ਕੀਤਾ ਹੈ। 27 ਸਾਲਾ ਭਾਵਨਾ ਹੈ ਜਿਸ ਨੇ ਘਰ ਦੇ ਵਿੱਚ ਹੀ ਫਾਹਾ ਲਾ ਕੇ ਜਾਨ ਦੇ ਦਿੱਤੀ ਹੈ। ਪਿਤਾ ਨੇ ਸਹੁਰੇ ਪਰਿਵਾਰ ਤੇ ਤੰਗ ਕਰਨ ਦੇ ਇਲਜ਼ਾਮ ਲਗਾਏ ਨੇ ਕਿ ਪੈਸੇ ਮੰਗੇ ਜਾਂਦੇ ਸੀ। 27 ਸਾਲਾਂ ਦੀ ਉਮਰ ਹੈ ਭਾਵਨਾ ਦੀ ਜਿਸ ਨੇ ਸੁਸਾਈਡ ਕਰ ਲਿਆ, ਖੁਦਕੁਸ਼ੀ ਕੀਤੀ ਹੈ। ਪਿਤਾ ਨੇ ਸਹੁਰੇ ਪਰਿਵਾਰ ਤੇ ਗੰਭੀਰ ਇਲਜ਼ਾਮ ਲਗਾਏ ਨੇ। ਤਾਂ ਵੱਡੀ ਖਬਰ ਹੈ, ਖਾਸ ਤੌਰ ਤੇ ਦੱਸ ਦਈਏ ਕਿ ਅਜਿਹੇ ਕਈ ਮਾਮਲੇ ਸਾਹਮਣੇ ਆਉਂਦੇ ਨੇ ਪਰ ਜ਼ਿਆਦਾ ਅਹਿਮ ਇਸ ਕਰਕੇ ਹੈ ਕਿਉਂਕਿ ਇਹ ਗੋਲਡ ਮੈਡਲਿਸਟ ਹੈ, ਖਿਡਾਰਨ ਗੋਲਡ ਮੈਡਲਿਸਟ ਹੈ ਜਿਸ ਨੇ ਅਜਿਹਾ ਖੌਫਨਾਕ ਕਦਮ ਚੁੱਕਿਆ ਹੈ। ਜ਼ਿੰਦਗੀ ਤੋਂ ਤੰਗ ਆ ਕੇ ਅਜਿਹਾ ਕੀਤਾ ਹੋਏਗਾ ਸੁਭਾਵਿਕ ਤੌਰ ਤੇ, ਜਿਸ ਕਿਸਮ ਦੇ ਨਾਲ ਪਰਿਵਾਰ ਕਹਿ ਰਿਹਾ ਹੈ। ਤੀਰਅੰਦਾਜ਼ ਦੀ ਇਹ ਕੌਮੀ ਖਿਡਾਰਨ ਹੈ ਜਿਸ ਨੇ ਖੁਦਕੁਸ਼ੀ ਕੀਤੀ ਹੈ। ਤਾਂ ਦੱਸ ਦਈਏ ਕਿ ਸਹੁਰੇ ਪਰਿਵਾਰ ਤੇ ਦਾਜ ਲਈ ਪਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਗਏ ਨੇ। ਚੰਡੀਗੜ੍ਹ ਦੇ ਵਿੱਚ ਫਲੈਟ ਤੇ ਕਾਰ ਦੀ ਮੰਗ ਕੀਤੀ ਜਾ ਰਹੀ ਸੀ। ਪਿਤਾ ਦਾ ਇਹ ਕਹਿਣਾ ਹੈ। ਪੁਲਿਸ ਨੇ ਪ੍ਰੋਫੈਸਰ ਪਤੀ ਨੂੰ ਵੀ ਗ੍ਰਿਫਤਾਰ ਕਰ ਲਿਆ। PU ਦੇ ਵਿੱਚ ਹੈ ਅਸਿਸਟੈਂਟ ਪ੍ਰੋਫੈਸਰ ਸਚਿਨ, ਜਿਸ ਦੀ ਇਹ ਪਤਨੀ ਹੈ ਤਾਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਤਾਂ ਇੱਕ ਦੋਵੇਂ ਵੱਡੇ ਅਹੁਦਿਆਂ ਤੇ ਇਹ ਮੌਜੂਦ ਸੀ ਪਤੀ ਪਤਨੀ, ਪਰ ਇਲਜ਼ਾਮ ਨੇ ਕਿ ਕੋਠੀ ਦੀ ਮੰਗ ਕੀਤੀ ਜਾਂਦੀ ਸੀ, ਚੰਡੀਗੜ੍ਹ ਦੇ ਵਿੱਚ ਫਲੈਟ ਦੀ ਮੰਗ ਕੀਤੀ ਜਾਂਦੀ ਸੀ, ਕਾਰ ਦੀ ਮੰਗ ਕੀਤੀ ਜਾਂਦੀ ਸੀ। ਇਸ ਤੋਂ ਪਰੇਸ਼ਾਨ ਹੋ ਕੇ ਖੌਫਨਾਕ ਕਦਮ ਚੁੱਕਿਆ। ਮਨੋਜ ਰਾਠੀ ਮੇਰੇ ਸਹਿਯੋਗੀ ਫੋਨ ਲਾਈਨ ਤੇ ਨੇ। ਮਨੋਜ, ਪੂਰੀ ਜਾਣਕਾਰੀ ਕੀ ਕੁਝ ਹੈ? ਇੱਕ ਵੱਡੀ ਘਟਨਾ ਸੀ, ਇਸ ਨੂੰ ਮੰਨ ਸਕਦੇ ਹਾਂ। ਗੋਲਡ ਮੈਡਲਿਸਟ ਹੋਏ, ਨੈਸ਼ਨਲ ਖਿਡਾਰਨ ਹੋਏ ਤਾਂ ਅਜਿਹਾ ਕਦਮ ਚੁੱਕਣ ਲਈ ਮਜਬੂਰ ਹੋਈ ਹੈ। बिल्कुल गुरजोत, बड़ी हैरान कर देने वाली गल है कि इस टाइम भी इस तरह की जी सिचुएशन है इस वेले देखिए लगातार जो एजुकेशन की गल करते हैं चाहे पढ़ाई लिखाई की गल करते हैं, इंप्लॉयमेंट की गल करते हैं, लेकिन इस वेले भी इस तरह की चीज़ां सामने आ रही तो बड़ा हैरान कर देने वाली गल है कि जो इनलॉज तो तंग आके इस तरह की खुदकुशी करना। तो एक नैशनल लैवल की जी गोल्ड मैडलिस्ट 27 साल की जी भावना है उन्हें जी हैंगिंग की है ਤੇ ਅਨਫੋਰਚੂਨੇਟ ਉਹਦੀ ਮੌਤ ਹੋ ਗਈ ਹੈ। ਤੇ ਪੁਲਿਸ ਨੇ ਜਿਹੜੀ ਹੁਣ ਤੱਕ ਦੀ ਸ਼ਿਕਾਇਤ ਜਿਹੜੀ ਮੋਹਾਲੀ ਜ਼ਿਲ੍ਹੇ ਦੀ ਨਇਆ ਗਾਂव ਪੁਲਿਸ ਨੇ ਹੁਣ ਉਹਨਾਂ ਦੀ ਜਿਹੜੀ
ਹਸਬੰਡ ਨੇ, ਉਹਨਾਂ ਦੇ ਪਤੀ ਹੈ, ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ। ਲੇਕਿਨ ਉਹਨਾਂ ਦੇ ਜਿਹੜੇ ਪਰਿਵਾਰ ਵਾਲੇ ਨੇ, ਜਿਹੜੀ ਕੁੜੀ ਦੇ ਪਰਿਵਾਰ ਵਾਲੇ ਨੇ ਜਿਹੜੀ ਐਲੀਗੇਸ਼ਨ ਲਾਏ ਸੀਗੇ, ਇਲਜ਼ਾਮ ਲਾਏ ਸੀਗੇ, ਵੱਡੇ ਇਲਜ਼ਾਮ, ਗੰਭੀਰ ਇਲਜ਼ਾਮ ਕਹਿ ਸਕਦੇ ਆ ਕਿ ਇੱਕ ਫਲੈਟ ਤੇ ਗੱਡੀ ਮੰਗੀ ਜਾ ਰਹੀ ਸੀ ਚੰਡੀਗੜ੍ਹ 'ਚ, ਇੱਕ ਜਿਹੜੀ ਹੈਗੀ ਫਲੈਟ ਦੀ ਮੰਗ ਕੀਤੀ ਜਾ ਰਹੀ ਸੀ। ਹਾਲਾਂਕਿ ਹੁਣ ਉਹਨਾਂ ਨੂੰ ਫੜ ਲਿਆ ਹੈ, 2 ਦਿਨ ਦੇ ਰਿਮਾਂਡ ਤੇ ਹੈਗਾ ਜਿਹੜਾ ਐਕਿਊਜ਼ਡ ਹੈ। ਲੇਕਿਨ ਹੁਣ ਤੱਕ ਦੀ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਕਿ ਜਿਹੜੀ ਪੁਲਿਸ ਨੇ ਦੱਸੀ ਹੈ ਕਿ 304B ਦੇ ਤਹਿਤ ਜਿਹੜਾ ਮਾਮਲਾ ਦਰਜ ਕੀਤਾ ਗਿਆ ਸੀ, ਕਿ ਤਾਂ ਹੁਣ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਕਿੰਨੀ ਕੁ ਸੱਚਾਈ ਹੈ, ਕਿਉਂਕਿ ਜਿਹੜਾ ਐਕਿਊਜ਼ ਹੈਗਾ, ਜਿਹੜਾ ਪਤੀ ਹੈ, ਉਹ ਚੰਡੀਗੜ੍ਹ 'ਚ ਇੱਕ ਯੂਨੀਵਰਸਿਟੀ 'ਚ ਅਸਿਸਟੈਂਟ ਪ੍ਰੋਫੈਸਰ ਜਿਹੜਾ ਹੈਗਾ ਉਹ ਨੌਕਰੀ ਕਰ ਰਿਹਾ ਹੈ। ਤਾਂ ਕਹਿ ਸਕਦੇ ਹਾਂ ਕਿ ਇੱਕ ਬਹੁਤ ਵੱਡੀ ਗੱਲ ਹੈ ਕਿ ਇਸ ਤਰ੍ਹਾਂ ਦੀ ਦਹੇਜ ਦੀ ਮੰਗ ਕਰਨਾ, ਉਹਨਾਂ ਦੇ ਵਾਸਤੇ ਨੂੰ ਤੰਗ ਪਰੇਸ਼ਾਨ ਕਰਨਾ, ਜਿਹੜੇ ਉਹਨਾਂ ਦੇ ਪਰਿਵਾਰ ਵਾਲੇ, ਕੁੜੀ ਦੇ ਪਰਿਵਾਰ ਵਾਲੇ ਨੇ ਜਿਹੜੇ ਇਲਜ਼ਾਮ ਲਾਏ ਹੈ, ਤੇ ਇਹ ਕਾਫੀ ਦਿਨਾਂ ਤੋਂ ਇਹ ਪਰੇਸ਼ਾਨ ਕਰ ਰਹੇ ਸੀਗੇ, ਤੇ ਉਸ ਤੋਂ ਬਾਅਦ ਉਹਨੇ ਇਸ ਤਰ੍ਹਾਂ ਦਾ ਵੱਡਾ ਕਦਮ ਜਿਹੜਾ ਕਹਿ ਸਕਦੇ ਹਾਂ ਕਿ ਉਹ ਚੁੱਕਿਆ ਹੈ। ਤੁਹਾਨੂੰ ਦੱਸ ਦਈਏ ਕਿ ਇਹ 4 ਨਵੰਬਰ 2022 ਨੂੰ ਇਹ ਇਹਨਾਂ ਦੀ ਦੋਨਾਂ ਦੀ ਸ਼ਾਦੀ ਹੋਈ ਸੀਗੀ, ਸਚਿਨ ਦੇ ਨਾਲ ਇਹਨਾਂ ਦੀ ਜਿਹੜੀ ਹੈਗੀ ਮੈਰਿਜ ਹੋਈ ਸੀ, ਤੇ ਇਹ ਅਰੇਂਜ ਮੈਰਿਜ ਸੀਗੀ। ਹੁਣ ਤੱਕ ਦੀ ਜਿਹੜੀ ਜਾਣਕਾਰੀ ਜਿਹੜੇ ਪਰਿਵਾਰ ਵਾਲੇ ਨੇ ਵੀ ਦਿੱਤੀ ਹੈ, ਤੇ ਨਇਆ ਗਾਉਂ ਮੋਹਾਲੀ ਜ਼ਿਲ੍ਹੇ ਦਾ ਜਿਹੜਾ ਨਵਾਂ ਗਾਉਂ PGI ਦੇ ਬਿਲਕੁਲ ਬੈਕ ਸਾਈਡ ਨਇਆ ਗਾਉਂ, ਇਹ ਇੱਥੇ ਰਹਿ ਰਹੇ ਸੀਗੇ। ਲੇਕਿਨ ਜਿਹੜੇ ਪਰਿਵਾਰ ਵਾਲੇ ਨੇ ਦੱਸਿਆ ਕਿ ਲਗਾਤਾਰ ਮੈਰਿਜ ਤੋਂ 10-15 ਦਿਨ ਬਾਅਦ ਹੀ ਉਹਨਾਂ ਨੇ ਜਿਹੜੀ ਡਿਮਾਂਡ ਹੈ ਉਹ ਸ਼ੁਰੂ ਕਰਤੀ, ਗੱਡੀ ਦੀ ਡਿਮਾਂਡ ਕੀਤੀ ਗਈ, ਚੰਡੀਗੜ੍ਹ 'ਚ ਫਲੈਟ ਦੀ ਜਿਹੜੀ ਹੈ ਉਹ ਡਿਮਾਂਡ ਕੀਤੀ ਗਈ। ਹਾਲਾਂਕਿ ਭਾਵਨਾ ਇਹਦਾ ਵਿਰੋਧ ਕਰਦੀ ਸੀ, ਉਹ ਰੋਜ਼ਾਨਾ ਜਿਹੜੀ ਹੈ ਮਾਰਕੁੱਟ ਹੁੰਦੀ ਸੀਗੀ, ਜਿਹੜੀ ਉਹਨਾਂ ਦੇ ਪਰਿਵਾਰ ਵਾਲੇ ਨੇ ਦੱਸਿਆ। ਹੁਣ ਉਸ ਤੋਂ ਬਾਅਦ ਉਹਨੇ ਪਰੇਸ਼ਾਨ ਹੋ ਕੇ ਇਸ ਤਰ੍ਹਾਂ ਦੀ ਜਿਹੜੀ ਹੈਗੀ ਉਹ ਕਦਮ ਚੁੱਕਿਆ। ਤੁਹਾਨੂੰ ਦੱਸ ਦਈਏ ਕਿ ਉਹਨਾਂ ਦੇ ਜਿਹੜੇ ਪਰਿਵਾਰ ਵਾਲੇ, ਉਹਨਾਂ ਦੇ ਜਿਹੜੇ ਫਾਦਰ ਨੇ, ਉਹਨਾਂ ਨੇ ਦੱਸਿਆ ਕਿ 17 ਫਰਵਰੀ ਨੂੰ ਉਹਨਾਂ ਨੂੰ ਫੋਨ ਆਇਆ ਸੀਗਾ ਉਹਨਾਂ ਦੇ ਜਿਹੜੇ ਹੈਗੇ ਦਮਾਦ ਦਾ, 8:30 ਵਜੇ ਕਰੀਬ, ਸਚਿਨ ਦਾ। ਉਹਨਾਂ ਨੇ ਕਿਹਾ ਕਿ ਦਰਵਾਜ਼ਾ ਜਿਹੜੀ ਹੈਗੀ ਉਹਦੀ ਕੁੜੀ ਨਹੀਂ ਖੋਲ ਰਹੀ ਹੈ। ਜਦ ਫੋਨ ਉਹਨੂੰ ਮਿਲਾ ਰਹੇ ਸੀਗੇ, ਨਹੀਂ ਚੱਕ ਰਹੀ ਸੀਗੀ। ਉਸ ਤੋਂ ਬਾਅਦ ਜਦ ਪਰਿਵਾਰ ਵਾਲੇ ਉੱਥੇ ਪਹੁੰਚਦੇ ਤਾਂ ਦੇਖਿਆ ਕਿ ਹੈਂਗਿੰਗ ਕੁੜੀ ਨੇ ਆਪਣੇ ਰੂਮ ਕੀਤੀ ਹੋਈ ਸੀਗੀ, ਔਰ ਉਸ ਤੋਂ ਬਾਅਦ ਫਿਰ ਉਹਨੂੰ ਹਸਪੀਟਲ ਲੈ ਕੇ ਗਏ, ਲੇਕਿਨ ਉਹਦੀ ਮੌਤ ਹੋ ਚੁੱਕੀ ਸੀ। ਉਸ ਤੋਂ ਬਾਅਦ ਸ਼ਿਕਾਇਤ ਦਿੱਤੀ, ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ। ਜੀ ਠੀਕ ਹੈ, ਧੰਨਵਾਦ ਹੈ ਮਨੋਜ ਤਮਾਮ ਜਾਣਕਾਰੀ ਦੇ ਲਈ। ਤਾਂ ਇਹ ਸਾਰਾ ਮਾਮਲਾ ਹੈ 304 ਦਾ ਫਿਲਹਾਲ ਪਰਚਾ ਦਰਜ ਹੋਇਆ, ਯਾਨੀ ਕਿ ਖੁਦਕੁਸ਼ੀ ਦੇ ਲਈ ਮਜਬੂਰ ਕਰਨਾ ਇਹ ਧਾਰਾ ਲੱਗੀ ਹੈ। ਤਾਂ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਕੌਮੀ ਖਿਡਾਰਨ ਸੀ, ਨੈਸ਼ਨਲ ਖਿਡਾਰਨ ਸੀ, ਪਰ ਆਪਣੀ ਜ਼ਿੰਦਗੀ ਜਿਹੜੀ ਹੈ ਉਸ ਦੀ ਜੰਗ ਹਾਰੀ ਹੈ। 27 ਸਾਲ ਦੀ ਮਹਿਜ਼ ਉਮਰ ਹੈ, ਬੇहद ਛੋਟੀ ਉਮਰ ਹੈ, ਪਰ ਵੱਡਾ ਨਾਮਨਾ ਖੱਟਿਆ। ਪਰ ਇਸ ਹਾਲਾਤਾਂ ਤੇ ਆ ਕੇ ਘਰੇਲੂ ਜੋ ਮਸਲਾ ਹੈ ਉੱਥੇ ਆ ਕੇ ਹਾਰ ਗਈ ਹੈ। ਬੇਸ਼ੱਕ ਨੈਸ਼ਨਲ ਪੱਧਰ ਤੇ ਜਿਹੜਾ 골ਡ ਮੈਡਲਿਸਟ ਹੋਵੇ ਤਾਂ ਇਹ ਵੱਡਾ ਮਸਲਾ ਹੋ ਜਾਂਦਾ। ਇਸ ਤਰੀਕੇ ਦੇ ਨਾਲ ਜਦੋਂ ਇੱਕ ਚੰਗੇ ਮੁਕਾਮ ਤੇ ਕੁੜੀਆਂ ਹੋਣ ਔਰ ਉਹਨਾਂ ਨੂੰ ਅਜਿਹਾ ਖੌਫਨਾਕ ਕਦਮ ਚੁੱਕਣਾ ਪਵੇ ਤਾਂ ਬਹੁਤ ਸਾਰੇ ਵੱਡੇ ਸਵਾਲ ਨੇ। ਖੈਰ, ਇੰਤਜ਼ਾਰ ਰਹੇਗਾ ਕਿਸ ਕਿਸਮ ਦਾ ਇਨਸਾਫ ਜਿਹੜਾ ਹੈ ਮਿਲਦਾ ਹੈ, ਕਿਉਂਕਿ ਪਰਿਵਾਰ ਇਨਸਾਫ ਮੰਗ ਰਿਹਾ ਹੈ। ਅੱਗੇ ਵਧਾਂਗੇ ਤਾਂ ਅੰਮ੍ਰਿਤਪਾਲ ਦਾ ਜ਼ਿਕਰ ਕਰਾਂਗੇ। ਅੰਮ੍ਰਿਤਪਾਲ ਦਾ ਪੁਲਿਸ ਨੂੰ ਚੈਲੰਜ ਹੈ, ਪੁਲਿਸ ਨੂੰ ਗ੍ਰਿਫਤਾਰ ਕਰਨ ਦੀ ਚੁਣੌਤੀ ਦਿੱਤੀ ਗਈ ਹੈ। ਜਿੰਨੀ ਪੁਲਿਸ ਫੋਰਸ ਲਾ ਕੇ ਗ੍ਰਿਫਤਾਰ ਕਰਨਾ ਹੈ ਕਰ ਲਵੋ, ਇਹ ਕਿਹਾ ਗਿਆ ਹੈ ਉਸ ਦੇ ਵੱਲੋਂ। ਚੈਲੰਜ ਵਿਚਾਲੇ ਅੱਜ ਮੋਗਾ ਦੇ ਪਿੰਡ ਬੁੱਧ ਸਿੰਘ ਵਾਲਾ ਪਹੁੰਚੇਗਾ ਅੰਮ੍ਰਿਤਪਾਲ। ਇਹ ਵੀ ਦੱਸ ਦਈਏ ਦੀਪ ਸਿੱਧੂ ਦੀ ਪਹਿਲੀ ਬਰਸੀ ਹੈ, ਉਸ ਮੌਕੇ ਤੇ ਸਮਾਗਮ ਜਿਹੜਾ ਹੈ ਉਹ ਰੱਖਿਆ ਗਿਆ। ਤਾਂ ਇਹ ਵੀ ਖਾਸ ਹੈ, ਮਾਮਲਾ ਹੈ ਕਾਫੀ 3 ਦਿਨ 4 ਦਿਨ ਪੁਰਾਣਾ। ਤਾਂ ਪੁਲਿਸ ਨੂੰ ਗ੍ਰਿਫਤਾਰ ਕਰਨ ਦੀ ਚੁਣੌਤੀ ਦਿੱਤੀ ਹੈ ਅੰਮ੍ਰਿਤਪਾਲ ਨੇ। ਜਿੰਨੀ ਪੁਲਿਸ ਫੋਰਸ ਲਗਾ ਕੇ ਗ੍ਰਿਫਤਾਰ ਕਰਨਾ ਹੈ ਕੀਤਾ ਜਾ ਸਕਦਾ ਹੈ, ਅੰਮ੍ਰਿਤਪਾਲ ਕਹਿ ਰਿਹਾ ਹੈ। ਮੋਗਾ ਦਾ ਪਿੰਡ ਬੁੱਧ ਸਿੰਘ ਵਾਲਾ ਹੈ ਜਿੱਥੇ ਕਿ ਅੰਮ੍ਰਿਤਪਾਲ ਨੇ ਪਹੁੰਚਣਾ ਹੈ ਅੱਜ, ਕਿਉਂਕਿ ਬਰਸੀ ਹੈ। ਬਰਸੀ ਜਿਹੜੀ ਹੈ ਦੀਪ ਸਿੱਧੂ ਦੀ ਮਨਾਈ ਜਾ ਰਹੀ ਹੈ, ਉਸ ਦੇ ਲਈ ਸਮਾਗਮ ਰੱਖਿਆ ਗਿਆ ਹੈ। ਕੁੱਟਮਾਰ ਦਾ ਇਹ ਸਾਰਾ ਮਾਮਲਾ ਹੈ, ਅਗਵਾ ਕਰਨ ਦਾ ਮਾਮਲਾ ਹੈ। ਵਰਿੰਦਰ ਸਿੰਘ ਨਾਂ ਦਾ ਸ਼ਖਸ ਹੈ ਜਿਸ ਨੇ ਸਾਰੇ ਇਲਜ਼ਾਮ ਅੰਮ੍ਰਿਤਪਾਲ ਤੇ ਲਗਾਏ ਔਰ ਹੋਰ ਬਾਕੀ ਉਹਨਾਂ ਦੇ ਸਮਰਥਕਾਂ ਤੇ ਲਗਾਏ। 20 ਹੋਰ ਅਣਪਛਾਤੇ ਨੇ ਜਿਨ੍ਹਾਂ ਤੇ ਇਲਜ਼ਾਮ ਨੇ। 2 ਜਣਿਆਂ ਦੀ ਗ੍ਰਿਫਤਾਰੀ ਹੁਣ ਤੱਕ ਹੋ ਚੁੱਕੀ ਹੈ। ਅੰਮ੍ਰਿਤਪਾਲ ਮੁੱਖ ਮੁਲਜ਼ਮ ਹੈ, 6 ਹੋਰ ਬਾਈ ਨੇਮ ਨੇ ਜਿਹੜੇ ਪਰਚਾ ਦਰਜ ਹੈ ਜਿਨ੍ਹਾਂ ਤੇ। ਤਾਂ ਉਸ ਦੇ ਸੰਦਰਭ ਦੇ ਵਿੱਚ ਲਗਾਤਾਰ ਇਹ ਖਬਰਾਂ ਨੇ, ਚਰਚਾਵਾਂ ਨੇ ਕਿ ਪੁਲਿਸ ਜਿਹੜੀ ਹੈ ਉਹ ਭਾਲ ਕਰ ਰਹੀ ਸੀ ਅੰਮ੍ਰਿਤਪਾਲ ਦੀ। ਕੱਲ ਵੀ ਜਦੋਂ ਨਿਊਜ਼ 18 ਪੰਜਾਬ ਨੇ ਗੱਲਬਾਤ ਕੀਤੀ, ਉਸ ਦੇ ਵਿੱਚ ਉਹਨਾਂ ਦਾ ਕਹਿਣਾ ਸੀ ਕਿ ਮੈਂ ਆਪਣੇ ਪਿੰਡ 'ਚ ਮੌਜੂਦ ਹਾਂ, ਮੈਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਤਾਂ ਉਸ ਤੋਂ ਅਸੀਂ ਕਹਿ ਰਹੇ ਹਾਂ ਕਿ ਉਹਨਾਂ ਦੇ ਵੱਲੋਂ ਇੱਕ ਤਰ੍ਹਾਂ ਦਾ ਨਾਲ ਚੈਲੰਜ ਕੀਤਾ ਗਿਆ ਹੈ ਪੁਲਿਸ ਨੂੰ ਕਿ ਆ ਕੇ ਮੈਨੂੰ ਗ੍ਰਿਫਤਾਰ ਕਰ ਲਵੋ। ਤਾਂ ਅੱਜ ਵੀ ਬੁੱਧ ਸਿੰਘ ਵਾਲਾ ਪਹੁੰਚਣਾ ਹੈ ਅੰਮ੍ਰਿਤਪਾਲ ਨੇ ਔਰ ਇਹ ਮਸਲਾ ਲੰਮਾ ਸਮਾਂ ਤੋਂ ਹੈ, ਜਾਂ ਕਹਿ ਲਈਏ ਕਿ 3-4 ਦਿਨ ਤੋਂ ਚੱਲ ਰਿਹਾ ਹੈ ਔਰ ਇਲਜ਼ਾਮਾਂ ਨੂੰ ਖਾਰਿਜ ਕਰ ਰਿਹਾ ਹੈ। ਹਾਲਾਂਕਿ ਅੰਮ੍ਰਿਤਪਾਲ, ਉਹਨਾਂ ਦਾ ਕਹਿਣਾ ਹੈ ਕਿ ਅਸੀਂ ਕਿਸੇ ਕਿਸਮ ਦੀ ਕੋਈ ਕੁੱਟਮਾਰ ਨਹੀਂ ਕੀਤੀ ਹੈ, ਨਾ ਹੀ ਕੋਈ ਅਗਵਾ ਕੀਤਾ ਹੈ। ਪੁਲਿਸ ਸਾਡੇ ਤੇ ਝੂਠੇ ਪਰਚੇ ਪਾ ਰਹੀ ਹੈ, ਸਾਡੇ ਨੌਜਵਾਨਾਂ ਨੂੰ ਜਬਰੀ ਚੁੱਕਿਆ ਜਾ ਰਿਹਾ ਹੈ ਜੋ ਗਲਤ ਹੈ। ਔਰ ਦੂਸਰੇ ਪਾਸੇ ਵਰਿੰਦਰ ਸਿੰਘ ਜੋ ਸ਼ਖਸ ਹੈ ਉਸ ਤੇ ਇਲਜ਼ਾਮ ਇਹ ਨੇ ਕਿ ਉਸਨੇ ਨਿੱਜੀ ਟਿੱਪਣੀਆਂ ਕੀਤੀਆਂ ਅੰਮ੍ਰਿਤਪਾਲ ਉਹਨਾਂ ਨੂੰ ਲੈ ਕੇ, ਔਰ ਦੂਸਰੇ ਪਾਸੇ ਹੋਰ ਵੀ ਕਈ ਅਜਿਹੀਆਂ ਬਿਆਨਬਾਜ਼ੀਆਂ ਸੋਸ਼ਲ ਮੀਡੀਆ ਤੇ ਹੋਈਆਂ ਜੋ ਕਿ ਮਨਜ਼ੂਰ ਨਹੀਂ ਸਨ, ਜਾਂ ਕਹਿ ਲਈਏ ਕਿ ਜਿਸ ਤੋਂ ਨਾਰਾਜ਼ ਸੀ ਅੰਮ੍ਰਿਤਪਾਲ ਤੇ ਉਹਨਾਂ ਦੇ ਸਮਰਥਕ।
ਸਿੱਧੂ ਸ਼ਹੀਦ ਭਾਈ ਦੀਪ ਸਿੱਧੂ ਦੀ ਬਰਸੀ ਦਾ ਸਮਾਗਮ 19 ਤਰੀਕ ਨੂੰ ਪਿੰਡ ਬੁੱਧ ਸਿੰਘ ਵਾਲੇ ਉੱਥੇ ਗੇਟ ਦਾ ਉਦਘਾਟਨ ਵੀ ਹੈ, ਉਹ ਰੱਖਿਆ ਗਿਆ ਸੀ। ਇਸ ਪਰਚੇ ਦੀ ਬਹੁਤੀ ਵਜ੍ਹਾ ਉਸ ਪ੍ਰੋਗਰਾਮ 'ਚ ਵਿਘਨ ਪਾਉਣ ਦੀ ਵੀ ਹੈ। ਸੋ ਅਸੀਂ ਜਿਹੜਾ ਗੁਰਮਤਾ ਕੀਤਾ ਸਾਰੇ ਸਿੰਘਾਂ ਨੇ ਰਲ ਕੇ, ਜਥੇਬੰਦੀ ਦੇ ਸਿੰਘਾਂ ਨੇ, ਵੀ ਅਸੀਂ ਕੱਲ ਦਾ ਸਮਾਗਮ ਜਿਹੜਾ ਬੁੱਧ ਸਿੰਘ ਵਾਲੇ ਕਰਨਾ ਹੈ। ਕੱਲ ਦੇ ਸਮਾਗਮ 'ਚ ਸਮੂਹ ਜਥੇਬੰਦੀਆਂ ਸੰਪਰਦਾਵਾਂ ਪਹੁੰਚ ਰਹੀਆਂ। ਉਸ ਸਮਾਗਮ ਦੇ ਵਿੱਚ ਆਪਣਾ ਐਲਾਨ ਅਸੀਂ ਕਰਾਂਗੇ ਵੀ ਇਸ ਗ੍ਰਿਫਤਾਰੀ ਦੇ ਪ੍ਰਤੀ ਸਾਡਾ ਕੀ ਰਵੱਈਆ ਹੋਊਗਾ। ਅੱਜ ਹੁਣ ਅਸੀਂ ਬੁੱਧ ਸਿੰਘ ਵਾਲਿਆਂ ਨੂੰ ਚਾਲੇ ਪਾ ਰਹੇ ਹਾਂ ਇੱਥੋਂ ਅੱਜ ਸ਼ਾਮੀ, ਤੇ ਮੇਰੀ ਜਿਹੜੇ ਕਹਿੰਦੇ ਸੀ ਵੀ ਭਾਈ ਅਮਰਤਪਾਲ ਸਿੰਘ ਨੂੰ ਗ੍ਰਿਫਤਾਰ ਕਰਨਾ ਹੈ, ਮੈਂ ਉਹਨਾਂ ਨੂੰ ਕਹਿੰਦਾ ਵੀ ਮੈਂ ਪਿੰਡ ਬੈਠਾ ਤੇ ਬੁੱਧ ਸਿੰਘ ਵਾਲਿਆਂ ਨੂੰ ਚਾਲੇ ਪਾਉਣੇ ਆ, ਜਿੰਨੇ ਗ੍ਰਿਫਤਾਰ ਕਰਨਾ ਮੈਨੂੰ ਕਰ ਦੇਵੇ ਰਾਹ ਦੇ ਵਿੱਚ। ਸੋ ਇਹ ਸਾਡਾ ਫੈਸਲਾ ਹੈ। ਕੱਲ ਬੁੱਧ ਸਿੰਘ ਵਾਲੇ ਦੀ ਸਟੇਜ ਤੋਂ, ਉਸ ਸਟੇਜ ਤੋਂ ਦੀਪ ਸਿੱਧੂ ਦੇ ਸ਼ਹੀਦੀ ਦੀ ਜਿਹੜੀ ਬਰਸੀ ਹੈ ਪਹਿਲੀ, ਉਸ ਸਟੇਜ ਤੋਂ ਅਸੀਂ ਐਲਾਨ ਕਰਾਂਗੇ ਜੋ ਸੰਘਰਸ਼ ਅਸੀਂ ਵਿੱਢਣਾ ਹੋਇਆ ਉਹ ਵਿੱਢਾਂਗੇ। ਸੋ ਇੰਨੀਆਂ ਕੁ ਮੇਰੀਆਂ ਬੇਨਤੀਆਂ। ਜੇ ਕੋਈ ਤੁਹਾਡਾ ਸਵਾਲ ਹੈ ਛੱਡ ਦੂੰਗੇ ਤਾਂ ਠੀਕ ਹੈ, ਜੇ ਨਹੀਂ ਤਾਂ ਫਿਰ ਜੇ ਜਿਹੜੀ ਪ੍ਰਸ਼ਾਸਨ ਦੇ ਵੱਲੋਂ ਛਾਪੇਮਾਰੀ ਹੋ ਰਹੀ ਹੈ, 2 ਸਾਥੀ ਜਿਹੜੇ ਤੁਹਾਡੇ ਅਰੈਸਟ ਕੀਤੇ ਗਏ, ਉਹਨਾਂ ਦਾ ਕੋਈ ਪਤਾ ਲੱਗਾ? ਦੋ ਸਾਡੇ ਸਾਥੀ ਇਹਨਾਂ ਨੇ ਫੜੇ ਨੇ। ਕੱਲ ਤੱਕ ਇਹ ਛੱਡ ਦੇਣਗੇ ਤਾਂ ਠੀਕ ਹੈ, ਨਹੀਂ ਤੇ ਕੱਲ ਤੋਂ ਫਿਰ ਅਸੀਂ ਉਹ ਰਵੱਈਆ ਅਪਣਾਵਾਂਗੇ ਜਿਹੜਾ ਸਾਨੂੰ ਅਪਣਾਉਣਾ ਚਾਹੀਦਾ। ਕਿਉਂਕਿ ਅਸੀਂ ਦੇਖੋ ਉਹ ਬੰਦੇ ਨਹੀਂ ਜਿਹੜੇ ਬੈਠ ਕੇ ਸਿਰ 'ਚ ਡਾਂਗਾ ਖਾਈਏ। ਅਸੀਂ ਪਹਿਲਾਂ ਵੀ ਦੱਸਿਆ ਹਕੂਮਤ ਨੇ ਤੈਅ ਕਰਨਾ ਸਾਨੂੰ ਕਿਹੜੇ ਰਾਹ ਤੇ ਤੋਰਨਾ ਹੈ। ਜਿੱਥੋਂ ਤੱਕ ਮੇਰੀ ਗ੍ਰਿਫਤਾਰੀ ਦੀ ਗੱਲ ਹੈ, ਇਹ ਝੂਠ ਬਰਾਦ ਬੋਲਿਆ ਜਾ ਰਿਹਾ ਵੀ ਮੈਨੂੰ ਲੱਭ ਨਹੀਂ ਪਾ ਰਹੇ। ਤੁਸੀਂ ਸਾਰੇ ਮੀਡੀਆ ਦੇ ਸਾਹਮਣੇ ਸਵੇਰ ਦਾ ਮੈਂ ਬੈਠਾ ਤੇ ਇੱਕ ਪੁਲਿਸ ਵਾਲਾ ਨਹੀਂ ਆਇਆ। ਹੁਣ ਮੈਂ ਇੱਥੋਂ ਬੁੱਧ ਸਿੰਘ ਵਾਲੇ ਨੂੰ ਚਾਲੇ ਪਾਉਣੇ ਨੇ, ਜਿੰਨੇ ਮੈਨੂੰ ਗ੍ਰਿਫਤਾਰ ਕਰਨਾ, ਜਿੰਨੀ ਫੋਰਸ ਲਾ ਕੇ ਕਰਨਾ ਕਰ ਲਵੇ ਰਾਤ ਦੇ ਵਿੱਚ। ਭਾਈ ਸਾਹਿਬ ਇੱਥੇ ਵੀ ਕੋਈ ਪ੍ਰਸ਼ਾਸਨ ਦੇ ਅਧਿਕਾਰੀ ਆਏ ਸੀ ਕੋਈ ਗ੍ਰਿਫਤਾਰ ਕਰਨ ਵਾਸਤੇ? ਨਹੀਂ, ਸਾਡੇ ਕੋਈ ਨਹੀਂ ਆਇਆ। ਪਰ ਸਰ ਜਿਹੜੇ ਨੌਜਵਾਨ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ, ਉਹ ਕੱਲ ਵੀਡੀਓ ਦੇ ਵਿੱਚ ਕਹਿ ਰਿਹਾ ਸੀਗਾ ਕਿ ਇਹਨਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਤੁਸੀਂ ਮਨਦੀਪ ਸਿੱਧੂ ਦਾ ਨਾਂ ਲੈ ਲਓ, ਦੀਪ ਸਿੱਧੂ ਦੇ ਭਰਾ ਦਾ। ਦੇਖੋ ਇਹ ਕਿੱਡੀ ਹੈਰਾਨੀ ਦੀ ਗੱਲ ਹੈ ਵੀ ਜਿਹੜੇ ਬੰਦਿਆਂ ਨਾਲ ਸਾਡੇ ਮਾੜੇ ਮੋਟੇ ਵਿਵਾਦ ਹੈ, ਉਹਨਾਂ ਬੰਦਿਆਂ ਦਾ ਅਸੀਂ ਨਾਂ ਕਿਉਂ ਕਵਾਂਗੇ ਉਸ ਬੰਦੇ ਨੂੰ ਵੀ ਤੂੰ ਨਾਂ ਲੈ ਲੈ। ਇਸ ਨਿਰਾ ਝੂਠ ਬੋਲਣ ਲਈ, ਵਿਵਾਦ ਪੈਦਾ ਕਰਨ ਦੇ ਲਈ ਇਹ ਕੀਤਾ ਜਾ ਰਿਹਾ ਹੈ। ਜਿਹੜੀ ਤਲਵਾੜੇ ਹੁਣਾਂ ਦੀ ਗੱਲ ਹੈ, ਜਦੋਂ ਹਰਨੇਕ ਫੌਜੀ ਗ੍ਰਿਫਤਾਰ ਹੁੰਦਾ, ਸਾਡੀ ਉਹਨਾਂ ਨਾਲ ਗੱਲ ਹੋਈ ਹੈ, ਅਸੀਂ ਉਹਨਾਂ ਨੂੰ ਸਹਿਯੋਗ ਦਾ ਦਿੱਤਾ ਜੀ, ਹੌਸਲਾ ਵੀ ਕੋਈ ਚਿੰਤਾ ਨਾ ਕਰੋ, ਸਾਡਾ ਕਿਸੇ ਨਾਲ ਕੋਈ ਵਿਵਾਦ ਨਹੀਂ, ਠੀਕ ਹੈ। ਸੋ ਕਿਸੇ ਦਾ ਨਾਂ ਦਿਵਾਉਣਾ, ਕਿਸੇ ਬੰਦੇ ਕੋਲੋਂ ਇਹ ਕਹਿਣਾ, ਉਹਦੇ ਕਿਆ ਕੀ ਸਾਬਤ ਹੋ ਜਾਊਗਾ ਬਿਨਾਂ ਸਬੂਤੋਂ? ਕੋਈ ਸਬੂਤ ਤੇ ਹੋਣਾ ਚਾਹੀਦਾ ਨਾ ਵੀ ਬੰਦੇ ਨੂੰ ਕਿਸੇ ਨੇ ਕੋਈ ਪ੍ਰੋਗੇਟ ਕੀਤਾ ਸਾਡੇ ਖਿਲਾਫ ਵਰਤਣ ਨੂੰ। ਇਹ ਮੈਨੂੰ ਐ ਲੱਗਦਾ ਵੀ ਬੜੀ ਵੱਡੀ ਸਾਜ਼ਿਸ਼ ਹੈ। ਇੱਕ ਤੇ ਜਥੇਬੰਦੀ ਆਪਸੀ ਧਿਰਾਂ ਵਿੱਚ ਪਾੜ ਪਾਉਣ ਦੀ ਸਾਜ਼ਿਸ਼ ਹੈ, ਦੂਜਾ ਸਾਡੀ ਜਥੇਬੰਦੀ ਤੇ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਦੀ ਸਾਜ਼ਿਸ਼ ਹੈ। ਤਾਂ ਇਹ ਬਿਆਨ ਹੈ ਔਰ ਅੰਮ੍ਰਿਤਪਾਲ ਨੇ ਕੱਲ ਇਹ ਬਿਆਨ ਦਿੱਤਾ ਸੀ। ਉਹਨਾਂ ਦਾ ਕਹਿਣਾ ਹੈ ਕਿ ਉਹ ਇੱਥੇ ਮੌਜੂਦ ਨੇ, ਗ੍ਰਿਫਤਾਰੀ ਕੀਤੀ ਜਾ ਸਕਦੀ ਹੈ। ਸੋ ਵਰਿੰਦਰ ਸਿੰਘ ਨੇ ਜੋ ਇਲਜ਼ਾਮ ਲਗਾਏ ਨੇ, ਇਹ ਵੀ ਦੱਸ ਦਈਏ ਕਿ ਅੰਮ੍ਰਿਤਪਾਲ ਤੇ ਜੋ ਵਰਿੰਦਰ ਸਿੰਘ ਨੇ ਇਲਜ਼ਾਮ ਲਗਾਏ ਨੇ ਉਸ ਨੂੰ ਖਾਰਿਜ ਕਰ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਕੋਈ ਕੁੱਟਮਾਰ ਨਹੀਂ ਕੀਤੀ ਹੈ ਅਸੀਂ, ਨਾ ਹੀ ਉਸ ਨੂੰ ਅਗਵਾ ਕੀਤਾ ਹੈ। ਜੇਕਰ ਵਰਿੰਦਰ ਸਿੰਘ ਦਾਅਵਾ ਕਰਦਾ ਹੈ ਕਿ 30 ਤੋਂ 35 ਬੰਦਿਆਂ ਨੇ ਉਸ ਨੂੰ ਮਿਲ ਕੇ ਕੁੱਟਿਆ ਹੈ, ਤਾਂ ਕੀ ਤੁਹਾਨੂੰ ਉਸ ਦੀ ਹਾਲਤ ਲੱਗਦੀ ਹੈ ਕਿ ਜੇਕਰ ਉਸ ਨੂੰ 35 ਬੰਦਿਆਂ ਨੇ ਇਕੱਠੇ ਕੁੱਟਿਆ ਹੋਵੇ ਤਾਂ ਕਿਹੋ ਜਿਹੀ ਹਾਲਤ ਹੋਏਗੀ? ਇਹ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਇਸ ਤਰੀਕੇ ਦੇ ਤਰਕ ਜਿਹੜਾ ਅੰਮ੍ਰਿਤਪਾਲ ਉਹਨਾਂ ਦੇ ਸਮਰਥਕ ਕਰਦੇ ਨਜ਼ਰ ਆਏ ਨੇ। ਹੁਣ ਤੱਕ ਜੋ ਜਾਣਕਾਰੀ ਹੈ ਕਿ 2 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ, ਪਰ ਉਸ ਤੋਂ ਬਾਅਦ ਤਸਵੀਰ ਹੁਣ ਕੁਝ ਵੱਖਰੀ ਹੈ, ਕਿਉਂਕਿ ਜਿਸ ਕਿਸਮ ਦਾ ਇਹ ਮਾਮਲਾ ਹੈ, ਉਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਨੂੰ ਲੈ ਕੇ ਲਗਾਤਾਰ ਚਰਚਾਵਾਂ ਨੇ, ਲਗਾਤਾਰ ਖਬਰਾਂ ਨੇ। ਤਾਂ ਮੇਰੇ ਸਹਿਯੋਗੀ ਨਪਿੰਦਰ ਬਰਾੜ ਲਾਈਵ ਮੌਜੂਦ ਨੇ ਮੋਗਾ ਦੇ ਪਿੰਡ ਬੁੱਧ ਸਿੰਘ ਵਾਲਾ ਤੋਂ, ਜਿੱਥੇ ਕਿ ਅੱਜ ਸਮਾਗਮ ਹੈ ਦੀਪ ਸਿੱਧੂ ਦੀ ਬਰਸੀ ਦਾ। ਨਪਿੰਦਰ, ਕਿਸ ਤਰੀਕੇ ਦੀ ਹਾਲੀ ਦੀ ਇਹ ਤਸਵੀਰ ਹੈ? ਕਿਉਂਕਿ ਅੰਮ੍ਰਿਤਪਾਲ ਦਾ ਕਹਿਣਾ ਹੈ ਕਿ ਉਹ ਅੱਜ ਇੱਥੇ ਮੌਜੂਦ ਰਹਿਣਗੇ ਔਰ ਇੱਥੇ ਪੁਲਿਸ ਆ ਕੇ ਉਹਨਾਂ ਨੂੰ ਗ੍ਰਿਫਤਾਰ ਕਰ ਸਕਦੀ ਹੈ। ਮਾਮਲਾ 3-4 ਦਿਨ ਤੋਂ ਕਾਫੀ ਉਲਝਿਆ ਹੋਇਆ। ਨਪਿੰਦਰ, ਦੇਖੋ ਅਮਰਤਪਾਲ ਸਿੰਘ ਹੁਣੀ ਦੱਸਿਆ ਜਾ ਰਿਹਾ ਹੈ ਕਿ ਉਹ ਆ ਚੁੱਕੇ ਨੇ। ਉਹ ਆਲਰੇਡੀ ਕਿਉਂਕਿ ਕੱਲ ਹੀ ਉੱਥੋਂ ਚੱਲ ਪਏ ਸੀ, ਆਪਣੇ ਪਿੰਡ ਤੋਂ ਜਲੂਪੁਰ ਖੇੜਾ ਤੋਂ ਕੱਲ ਚੱਲ ਪਏ ਸੀ, ਤਾਂ ਉਸ ਤੋਂ ਬਾਅਦ ਅੱਜ ਇੱਥੇ ਸਮਾਗਮ ਰੱਖਿਆ ਗਿਆ। ਸਭ ਤੋਂ ਪਹਿਲਾਂ ਤਾਂ ਪਿੱਛੇ ਤੁਸੀਂ ਜਿਹੜੇ ਗੇਟ ਦੀਆਂ ਤਸਵੀਰਾਂ ਦੇਖ ਰਹੇ ਹੋ, ਇਹ ਗੇਟ ਪਿੰਡ ਬੁੱਧ ਸਿੰਘ ਵਾਲਾ ਜ਼ਿਲ੍ਹਾ ਮੋਗਾ ਦੇ ਵਿੱਚ ਇਹ ਤਿਆਰ ਕੀਤਾ ਗਿਆ। ਪਿੰਡ ਬੁੱਧ ਸਿੰਘ ਵਾਲਾ, ਇਹ ਬੁੱਧ ਸਿੰਘ ਵਾਲਾ ਪਿੰਡ ਕਿਉਂਕਿ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਇਹ ਉਸ ਵੇਲੇ ਜਦੋਂ ਲਹਿਰ ਪੰਜਾਬ ਦੇ ਵਿੱਚ ਚੱਲੀ ਸੀ ਤਾਂ ਉਸ ਲਹਿਰ ਦਾ ਹਿੱਸਾ ਰਹੇ, ਔਰ ਉਸੇ ਦੌਰਾਨ ਜਿਹੜਾ ਹੈਗਾ ਇਹਨਾਂ ਦੀ ਜਿਹੜੀ ਸ਼ਹੀਦੀ ਹੁੰਦੀ ਹੈ। ਤਾਂ ਉਹਨਾਂ ਤੋਂ ਇਲਾਵਾ ਬਾਕੀ ਹੋਰ ਕਈ ਚਿਹਰੇ ਨੇ ਜਿਹੜੇ ਇਸ ਗੇਟ ਤੇ ਜਿਨ੍ਹਾਂ ਦੀਆਂ ਤੁਹਾਨੂੰ ਤਸਵੀਰਾਂ ਨਜ਼ਰ ਆਉਣਗੀਆਂ, ਔਰ ਇਹ ਤੁਹਾਡੇ ਸਾਹਮਣੇ ਨੇ। ਇਹਨਾਂ ਦੇ ਵਿੱਚ ਚੜਤ ਸਿੰਘ ਰੌਕੇ ਦਾ ਜ਼ਿਕਰ ਕੀਤਾ ਗਿਆ, ਇਹਦੇ ਵਿੱਚ ਸ਼ਹੀਦ ਕਰਨੈਲ ਸਿੰਘ ਹੋਰਾਂ ਦਾ ਜ਼ਿਕਰ ਕੀਤਾ ਗਿਆ, ਇਹਦੇ ਵਿੱਚ ਸ਼ਹੀਦ ਬਾਪੂ ਚੰਦ ਸਿੰਘ ਹੋਰਾਂ ਦਾ ਜ਼ਿਕਰ ਕੀਤਾ ਗਿਆ, ਭਾਈ ਜਸਵੰਤ ਸਿੰਘ ਹੋਰਾਂ ਦਾ ਜ਼ਿਕਰ ਹੋਇਆ, ਭਾਈ ਜੱਗਾ ਸਿੰਘ ਦਾ ਜ਼ਿਕਰ ਹੋਇਆ ਤੇ ਭਾਈ ਕੁਲਵੰਤ ਸਿੰਘ ਦਾ ਜ਼ਿਕਰ ਕੀਤਾ ਗਿਆ। ਇੱਕ ਚੀਜ਼ ਹੋਰ, ਇੱਥੇ ਭਾਈ ਗੁਰਜੀਤ ਸਿੰਘ ਹੋਣੀ ਜਿਹੜੇ ਸਰਾਵਾਂ ਨਾਲ ਸੰਬੰਧਿਤ ਜਿਨ੍ਹਾਂ ਦੀ ਜਿਹੜੀ ਜਾਣ ਗਈ ਸੀ
ਬਾਈਬਲ ਕਲਾਂ ਗੋਲੀकांड ਦੇ ਵਿੱਚ ਉਹਨਾਂ ਦੀ ਤਸਵੀਰ ਵੀ ਗੇਟ ਦੇ ਇਸ ਪਾਸੇ ਉੱਪਰਲੇ ਪਾਸੇ ਲੱਗੀ ਹੋਈ ਨਜ਼ਰ ਆ ਰਹੀ ਹੈ। ਔਰ ਦੀਪ ਸਿੱਧੂ ਦੀ ਤਸਵੀਰ ਲਾਈ ਗਈ ਹੈ, ਇੱਧਰ ਗੁਰਜੰਟ ਸਿੰਘ ਬੋਧ ਸਿੰਘ ਵਾਲਾ ਦੀ ਤਸਵੀਰ ਇਹ ਗੇਟ ਹੈ। ਸਭ ਤੋਂ ਪਹਿਲਾਂ ਇਸ ਜਗ੍ਹਾ ਤੇ ਆਉਣਾ, ਗੇਟ ਦਾ ਉਦਘਾਟਨ ਕਰਨਾ, ਇਸ ਤੋਂ ਬਾਅਦ ਸਾਹਮਣੇ ਵਾਲੇ ਪਾਸੇ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਕਿ ਉੱਥੇ ਗੁਰਦੁਆਰਾ ਸਾਹਿਬ ਆ। ਗੁਰਦੁਆਰਾ ਸਾਹਿਬ ਦੇ ਵਿੱਚ ਆਉਣਾ, ਉੱਥੇ ਮੱਥਾ ਟੇਕਿਆ ਜਾਣਾ। ਮੱਥਾ ਟੇਕਣ ਤੋਂ ਉਪਰੰਤ ਬਿਲਕੁਲ ਗੁਰਦੁਆਰਾ ਸਾਹਿਬ ਦੇ ਸਾਹਮਣੇ ਇੱਕ ਵੱਡਾ ਪੰਡਾਲ ਤਿਆਰ ਕੀਤਾ ਗਿਆ। ਉਸ ਪੰਡਾਲ ਦੇ ਵਿੱਚ ਇੱਕ ਸਮਾਗਮ ਰੱਖਿਆ ਗਿਆ ਜਿੱਥੇ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਆਉਣਾ। ਇਹ ਸਮਾਗਮ ਰੱਖਿਆ ਗਿਆ ਔਰ ਸਾਫ਼ ਤੌਰ ਤੇ ਜਿਸ ਤਰ੍ਹਾਂ ਜ਼ਿਕਰ ਹੋ ਰਿਹਾ ਕਿ ਜਿਹੜਾ ਕੇਸ ਦਰਜ ਕੀਤਾ ਗਿਆ, ਉਸ ਕੇਸ ਤੋਂ ਉਪਰੰਤ ਜਿਵੇਂ 2 ਲੋਕਾਂ ਦੀ ਗ੍ਰਿਫਤਾਰੀ ਦਾ ਦਾਵਾ ਹੋਇਆ, ਤਾਂ ਕੀ ਅੰਮ੍ਰਿਤਪਾਲ ਹੋਣੀ ਜਿਸ ਤਰ੍ਹਾਂ ਉਹਨਾਂ ਨੇ ਸਾਫ਼ ਕਹਿ ਦਿੱਤਾ ਹੈ ਕਿ ਭਾਈ ਅਸੀਂ ਇੱਥੇ ਮੌਜੂਦ ਹਾਂ, ਕੱਲ ਵੀ ਆਪਣੇ ਪਿੰਡ ਦੇ ਵਿੱਚ ਮੌਜੂਦ ਸੀ, ਤਾਂ ਕੀ ਉਸ ਵੇਲੇ ਗ੍ਰਿਫਤਾਰੀ ਦੀ ਨੌਬਤ ਆਉਂਦੀ ਆ? ਕਿਧਰੇ ਐਸਾ ਤਾਂ ਨਹੀਂ ਕਿ ਦੋਨਾਂ ਤਰ੍ਹਾਂ ਦੇ ਵਿੱਚ ਟਕਰਾਅ ਦੀ ਸਥਿਤੀ ਪੈਦਾ ਹੋ ਜਾਏ। ਦੇਖੋ ਇਸ ਗੱਲ ਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਪੁਲਿਸ ਇੱਥੇ ਮੌਜੂਦ ਹੈ, ਪੁਲਿਸ ਦੇ ਪ੍ਰਬੰਧ ਜਿਹੜੇ ਨੇ ਉਹ ਇੱਥੇ ਆਲਰੇਡੀ ਕੀਤੇ ਹੋਏ ਨੇ, ਪਰ ਐਸੇ ਹਾਲਾਤਾਂ ਦੇ ਵਿੱਚ ਕਿਉਂਕਿ ਜਦੋਂ ਇੱਕ ਵੱਡਾ ਇਕੱਠ ਹੁੰਦਾ, ਤੁਹਾਨੂੰ ਯਾਦ ਹੋਣਾ ਲੱਖਾ ਸਿਧਾਣਾ ਦੇ ਖਿਲਾਫ NDPS ਐਕਟ ਦਾ ਪਰਚਾ ਦਰਜ ਹੋਇਆ ਸੀ ਔਰ ਉਸ ਵੇਲੇ ਗ੍ਰਿਫਤਾਰੀ ਤਲਵਾਰ ਲਟਕ ਰਹੀ ਸੀ, ਹਾਲਾਂਕਿ ਉਦੋਂ ਪਰਚਾ ਕੈਂਸਲ ਨਹੀਂ ਸੀ ਹੋਇਆ, ਤਾਂ ਲੱਖਾ ਸਿਧਾਣਾ ਨੇ ਇੱਕ ਵੱਡਾ ਇਕੱਠ ਕੀਤਾ ਸੀ, ਤਾਂ ਉਸ ਦੀ ਗ੍ਰਿਫਤਾਰੀ ਦੀ ਵੀ ਉੱਥੇ ਪੋਸੀਬਿਲਿਟੀ ਨਹੀਂ ਸੀ ਹੋ ਸਕੀ। ਇਹ ਇੰਨਾ ਆਸਾਨ ਨਹੀਂ ਹੁੰਦੀਆਂ, ਕਈ ਵਾਰੀ ਟਕਰਾਅ ਦੀ ਸਥਿਤੀ ਤੋਂ ਪੁਲਿਸ ਜਾਂ ਸਰਕਾਰ ਬਚਣਾ ਚਾਹੁੰਦੀ ਹੈ। ਔਰ ਜਦੋਂ ਦਿੱਲੀ ਦੇ ਵਿੱਚ ਪਰਚਾ ਦਰਜ ਹੋਇਆ ਸੀ ਉਦੋਂ ਵੀ ਲੱਖਾ ਸਿਧਾਣਾ ਨੇ ਇੱਕ ਵੱਡਾ ਇਕੱਠ ਕੀਤਾ ਸੀ, ਹੋਰ ਜਿਨ੍ਹਾਂ ਦੀ ਗ੍ਰਿਫਤਾਰੀ ਦੀ ਜਿਹੜੀ ਭਾਲ ਹੋ ਰਹੀ ਸੀ, ਤਾਂ ਇਹ ਕਈ ਵਾਰੀ ਐਸਾ ਮਾਹੌਲ ਪੈਦਾ ਹੋ ਜਾਂਦਾ। ਗੇਟ ਦੇ ਦੂਜੇ ਪਾਸੇ ਦੀ ਤਸਵੀਰ ਵੀ ਤੁਹਾਨੂੰ ਦਿਖਾ ਦਿੰਦੇ ਹਾਂ, ਇੱਧਰ ਭਾਈ ਕ੍ਰਿਸ਼ਨ ਭਗਵਾਨ ਹੋਰਾਂ ਦੀ ਤਸਵੀਰ ਵੀ ਲੱਗੀ ਹੋਈ ਹੈ। ਬਾਕੀ ਜਿਹੜੇ ਕਿਉਂਕਿ ਇਹ ਇਕੱਲੇ ਦੀਪ ਸਿੱਧੂ ਹੋਰਾਂ ਦੀ ਯਾਦ ਦੇ ਵਿੱਚ ਗੇਟ ਨਹੀਂ, ਇਹ ਹੋਰ ਅਨੇਕਾਂ ਨਾਮ ਜਿਹੜੇ ਨੇ ਉਹਨਾਂ ਨੂੰ ਸਮਰਪਿਤ ਕੀਤਾ ਗਿਆ ਜਿਨ੍ਹਾਂ ਦੀ ਉਸ ਲਹਿਰ ਦੇ ਵਿੱਚ ਜਿਹੜੀ ਹੈਗੀ ਆ, ਜਿਹੜੇ ਲਹਿਰ ਦੇ ਵਿੱਚ ਸ਼ਹੀਦ ਹੋਏ ਨੇ, ਜਾਂ ਉਸ ਤੋਂ ਬਾਅਦ ਜਿਹੜਾ ਹੈਗਾ ਬਾਈਬਲ ਕਲਾਂ ਗੋਲੀकांड ਦੇ ਵਿੱਚ ਜਿਹੜੇ 2 ਲੋਕਾਂ ਦੀ ਜਾਨ ਜਾਂਦੀ ਆ, ਉਹਨਾਂ ਦਾ ਜ਼ਿਕਰ ਕੀਤਾ ਗਿਆ। ਸ਼ਹੀਦ ਭਾਈ ਅਮਰੀਕ ਸਿੰਘ ਹੋਰਾਂ ਦਾ ਜ਼ਿਕਰ ਹੋਇਆ ਔਰ ਬਾਬਾ ਠਾਰਾ ਸਿੰਘ ਦਾ ਜ਼ਿਕਰ ਕੀਤਾ ਗਿਆ। ਔਰ ਸਭ ਤੋਂ ਉੱਪਰ ਇੱਕ ਤਸਵੀਰ ਤੁਹਾਨੂੰ ਹੋਰ ਦਿਖਾਉਣੇ ਆ, ਅਜੇ ਦਿਖਾਉਣਗੇ ਤੁਹਾਨੂੰ ਤਸਵੀਰ। ਸਭ ਤੋਂ ਉੱਪਰ ਪਹਿਲੀ ਤਸਵੀਰ ਹੈ ਜਿਹੜੀ ਉਹ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲਿਆਂ ਦੀ ਲਾਈ ਗਈ ਆ, ਉਹਨਾਂ ਦੇ ਨਾਲ ਬਾਬਾ ਠਾਰਾ ਸਿੰਘ ਜੀ ਔਰ ਅੱਗੇ ਭਾਈ ਅਮਰੀਕ ਸਿੰਘ ਜੀ। ਇਹ 3 ਤਸਵੀਰਾਂ ਜਦੋਂ ਪਿੰਡ ਦੇ ਵਿੱਚ ਐਂਟਰ ਕਰਦੇ ਆ, ਸਭ ਤੋਂ ਉੱਪਰ ਇਹ 3 ਤਸਵੀਰਾਂ ਆਉਂਦੀਆਂ ਨੇ ਔਰ ਸੱਜੇ ਹੱਥ ਭਾਈ ਕ੍ਰਿਸ਼ਨ ਭਗਵਾਨ ਬਾਈਬਲ ਕਲਾਂ ਗੋਲੀकांड ਦੇ ਵਿੱਚ ਜਿਨ੍ਹਾਂ ਦੀ ਜਾਨ ਜਾਂਦੀ ਆ ਉਹਨਾਂ ਦੀ ਤਸਵੀਰ ਆ, ਤੇ ਦੀਪ ਸਿੱਧੂ ਦੀ ਦੋਨੇ ਪਾਸੇ ਤਸਵੀਰ ਲੱਗੀ ਆ। ਔਰ ਜਿਹੜੇ ਭਾਈ ਗੁਰਜੰਟ ਸਿੰਘ ਬੋਧ ਸਿੰਘ ਵਾਲਾ ਜਿਨ੍ਹਾਂ ਦਾ ਇਹ ਪਿੰਡ ਹੈ, ਉਹਨਾਂ ਦੀ ਤਸਵੀਰ ਵੀ ਗੇਟ ਦੇ ਦੋਨੇ ਪਾਸੇ। ਇਹ ਖੱਬੇ ਹੱਥ ਵਾਲੀ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ, ਇਹ ਤਸਵੀਰ ਹੈ ਗੁਰਜੰਟ ਸਿੰਘ ਬੋਧ ਸਿੰਘ ਵਾਲਾ। ਇਹ ਇੱਕ ਵੱਡਾ ਨਾਮ, ਉਸ ਵੇਲੇ ਮੂਵਮੈਂਟ ਦੇ ਵਿੱਚ ਇੱਕ ਵੱਡਾ ਨਾਮ ਰਿਹਾ, ਉਸ ਵੇਲੇ ਏਰੀਆ ਕਮਾਂਡਰ ਦੇ ਤੌਰ ਤੇ ਇਹਨਾਂ ਨੂੰ ਦੇਖਿਆ ਜਾਂਦਾ ਸੀ ਉਸ ਲਹਿਰ ਦੇ ਦੌਰਾਨ। ਤਾਂ ਇਹ ਗੇਟ ਟੀਮ ਵੱਲੋਂ ਟੀਮ ਦੀਪ ਸਿੱਧੂ ਜਿਹੜੀ ਹੈਗੀ ਉਹ ਲਿਖਿਆ ਗਿਆ, ਯਾਨੀ ਇਹ ਬਣਾਉਣ ਦੀ ਜ਼ਿੰਮੇਵਾਰੀ ਜਾਂ ਇਹ ਕਾਰਜ ਜਿਹੜਾ ਹੈਗਾ ਸਿਰੇ ਚੜਾਇਆ ਉਹ ਟੀਮ ਦੀਪ ਸਿੱਧੂ ਦੇ ਵੱਲੋਂ ਕੀਤਾ ਗਿਆ। ਪਰ ਇਹ ਸਾਰਿਆਂ ਨੂੰ ਸਮਰਪਿਤ ਕੀਤਾ ਗਿਆ ਹੈ, ਇਕੱਲਾ ਦੀਪ ਸਿੱਧੂ ਦਾ ਜ਼ਿਕਰ ਨਹੀਂ, ਸਾਰੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲਿਆਂ ਤੋਂ ਲੈ ਕੇ ਗੁਰਜੰਟ ਸਿੰਘ ਬੋਧ ਸਿੰਘ ਵਾਲਾ ਤੱਕ ਸਾਰਿਆਂ ਦਾ ਜਿਹੜਾ ਜ਼ਿਕਰ, ਭਾਈ ਕ੍ਰਿਸ਼ਨ ਭਗਵਾਨ ਬਾਈਬਲ ਕਲਾਂ ਗੋਲੀकांड ਦੇ ਵਿੱਚ ਜਿਨ੍ਹਾਂ ਦੀ ਜਾਨ ਜਾਂਦੀ ਹੈ, ਗੁਰਜੀਤ ਸਿੰਘ ਸਰਾਵਾਂ, ਤਾਂ ਇਹ ਸਾਰੇ ਨਾਵਾਂ ਨੂੰ ਜਿਹੜਾ ਹੈਗਾ ਇੱਥੇ ਜਗ੍ਹਾ ਦਿੱਤੀ ਗਈ ਹੈ। ਔਰ ਇੱਕ ਵੱਡਾ ਯਾਦਗਾਰੀ ਗੇਟ ਪਿੰਡ ਦੇ ਵਿੱਚ ਵੜਦੇ ਹੀ, ਪਿੰਡ ਦੇ ਵਿੱਚ ਐਂਟਰ ਕਰਦੇ ਸਭ ਤੋਂ ਪਹਿਲਾਂ ਇਹ ਗੇਟ ਆਉਂਦਾ ਜਦੋਂ ਤੁਸੀਂ ਬਾਘਾ ਪੁਰਾਣਾ ਤੋਂ ਆਉਣੇ ਹੋ। ਉਸ ਤੋਂ ਬਾਅਦ ਅੱਗੇ ਪਿੰਡ ਦੇ ਵਿੱਚ ਜਾ ਕੇ ਸਮਾਗਮ ਰੱਖਿਆ ਗਿਆ। ਅੱਜ ਦੇਖਦੇ ਕਿਸ ਤਰ੍ਹਾਂ ਦੀ ਸਥਿਤੀ ਪੈਦਾ ਹੁੰਦੀ ਹੈ। ਔਰ ਜਿਸ ਤਰ੍ਹਾਂ ਪਹਿਲਾਂ ਜ਼ਿਕਰ ਕੀਤਾ, ਹਾਲਾਂਕਿ ਪੁਲਿਸ ਵੀ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਇੱਕ ਟਕਰਾਅ ਦੀ ਸਥਿਤੀ ਤੋਂ ਤਕਰੀਬਨ ਬਚਣ ਦੀ ਕੋਸ਼ਿਸ਼ ਕਰਦੀ ਹੈ ਕਈ ਵਾਰ, ਕਿਉਂਕਿ ਮੁੱਖ ਕਾਰਨ, ਮੁੱਖ ਮਕਸਦ ਤਾਂ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ ਹੈ। ਇੱਕ ਕੇਸ ਦੇ ਵਿੱਚ ਜੇ ਤੁਸੀਂ ਗ੍ਰਿਫਤਾਰੀ ਕਰਨੀ ਚਾਹੁੰਦੇ ਹੋ ਤਾਂ ਕਦੇ ਵੀ ਪੁਲਿਸ ਜਾਂ ਸਰਕਾਰਾਂ ਇਸ ਤਰ੍ਹਾਂ ਜ਼ੋਖਮ ਨਹੀਂ ਮੁੱਲ ਲੈਂਦੀਆਂ ਕਿ ਇੱਕ ਕੇਸ ਦੇ ਵਿੱਚ ਗ੍ਰਿਫਤਾਰੀ ਕਰਨ ਦੇ ਲਈ ਇਸ ਤਰ੍ਹਾਂ ਮਾਹੌਲ ਪੈਦਾ ਹੋਵੇ ਕਿ ਅਨੇਕਾਂ ਹੋਰ ਕੇਸ ਜਿਹੜੇ ਦਰਜ ਕਰਨੇ ਪੈਣ, ਕਿਉਂਕਿ ਟਕਰਾਅ ਦੀ ਸਥਿਤੀ ਪੈਦਾ ਹੋਣ ਦੇ ਸ਼ੰਕੇ ਜਿਹੜੇ ਨੇ ਉਹ ਬਣੇ ਰਹਿੰਦੇ ਨੇ। ਔਰ ਜਿਸ ਤਰ੍ਹਾਂ ਕੱਲ ਬਿਆਨ ਸਾਹਮਣੇ ਆਇਆ ਸੀ ਅੰਮ੍ਰਿਤਪਾਲ ਹੋਰਾਂ ਦਾ, ਉਹਨਾਂ ਨੇ ਸਾਫ਼ ਕਿਹਾ ਸੀ ਕਿ ਪੁਲਿਸ ਭਾਈ ਵੇਖਣਾ ਚਾਹੁੰਦੀ ਹੈ ਤਾਂ ਵੇਖ ਹੀ ਲੈਂਦੇ ਆ, ਤੁਸੀਂ ਰੋਜ਼ 2 ਸਿੰਘ ਚੱਕ ਲੈਂਦੇ ਆ। ਤੇ ਇਸ ਤਰ੍ਹਾਂ ਦੇ ਜਦੋਂ ਬਿਆਨ ਆ ਜਾਣ, ਇਸ ਤਰ੍ਹਾਂ ਦੀ ਜਦੋਂ ਸਥਿਤੀ ਪੈਦਾ ਹੋ ਜਾਏ ਤਾਂ ਕਈ ਤਰ੍ਹਾਂ ਦੀਆਂ ਚੁਣੌਤੀਆਂ ਹੁੰਦੀਆਂ ਨੇ। ਲਾਅ ਐਂਡ ਆਰਡਰ ਜਿਹੜਾ ਹੈਗਾ ਸਭ ਤੋਂ ਮੁੱਖ ਤੌਰ ਤੇ ਸਰਕਾਰ ਨੇ ਜਾਂ ਪੁਲਿਸ ਨੇ ਲਾਅ ਐਂਡ ਆਰਡਰ ਦੇਖਣਾ ਕਿ ਕਿਸੇ ਵੀ ਇੱਕ ਗਲਤ ਸਟੈਪ ਦੇ ਨਾਲ ਕਿਸੇ ਵੀ ਕਾਲੀ ਦਿਨ ਕੋਈ ਅੰਮ੍ਰਿਤਪਾਲ ਹੋਣੀ ਕੋਈ ਲੁਕੇ ਤਾਂ ਹੈ ਨਹੀਂ ਵੀ ਜੇ ਅੱਜ ਸਾਹਮਣੇ ਆਇਆ ਤੇ ਅੱਜ ਹੀ ਇੱਥੇ ਗ੍ਰਿਫਤਾਰ ਕਰਨਾ ਹੁੰਦਾ, ਕੱਲ ਪਿੰਡ ਵੀ ਹੋ ਸਕਦੇ ਸੀ। ਤੇ ਇਸ ਕਰਕੇ ਉਹ ਸਥਿਤੀ ਜਿਹੜੀ ਆ ਅਲੱਗ ਹੁੰਦੀ ਆ। ਕਦੇ ਵੀ ਮਾਹੌਲ ਆ ਜਿਹੜਾ ਪਹਿਲੀ ਪ੍ਰਾਇੋਰਟੀ ਜਿਹੜੀ ਆ, ਤੁਸੀਂ ਹਰਿਆਣਾ ਦੇ ਵਿੱਚ ਜਾਟ ਆਰਕਸ਼ਨ ਦੀ ਗੱਲ ਕਰ ਲਓ, ਤੁਸੀਂ ਹਰਿਆਣਾ ਦੇ ਦੰਗਿਆਂ ਦੀ ਗੱਲ, ਹੋਰ ਤੁਸੀਂ ਅਨੇਕਾਂ ਮਾਮਲਿਆਂ ਦੀ ਗੱਲ ਕਰ ਲਓ। ਐਸੇ ਸਥਿਤੀ ਦੇ ਵਿੱਚ ਹਮੇਸ਼ਾ ਪਹਿਲਾਂ ਤਾਲਮੇਲ ਕਰਕੇ ਗੱਲਬਾਤ ਦੇ ਜ਼ਰੀਏ ਮਸਲੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪ੍ਰਾਇੋਰਟੀ ਜਿਹੜੀ ਰਹਿੰਦੀ ਹੈ ਹਮੇਸ਼ਾ ਤੋਂ। ਉਸ ਤੋਂ ਬਾਅਦ ਜਦੋਂ ਕੋਈ ਸਥਿਤੀ ਐਸੀ ਬਣਦੀ ਹੈ, ਜਦੋਂ ਮੌਕਾ ਐਸਾ ਆਉਂਦਾ ਤਾਂ ਉਦੋਂ ਜਿਹੜੀਆਂ ਚਾਹੇ ਗ੍ਰਿਫਤਾਰੀ ਹੋਵੇ ਚਾਹੇ ਹੋਰ ਐਕਸ਼ਨ ਹੋਣ ਉਹ ਵੀ ਲਏ ਜਾਂਦੇ ਨੇ। ਪਰ ਹਮੇਸ਼ਾ
ਲਾਅ ਐਂਡ ਆਰਡਰ ਹੈ ਜਿਹੜਾ ਉਹ ਪ੍ਰਾਇੋਰਟੀ ਰਹਿੰਦੀ ਹੈ, ਸਰਕਾਰਾਂ ਦੀ, ਸਿਸਟਮ ਦੀ, ਪੁਲਿਸ ਦੀ ਉਹ ਪ੍ਰਾਇੋਰਟੀ ਰਹਿੰਦੀ ਹੈ, ਕਿਉਂਕਿ ਲਾਅ ਐਂਡ ਆਰਡਰ ਵਿਗੜਦਾ ਤਾਂ ਉਹਦੇ ਨਾਲ ਚੁਣੌਤੀਆਂ ਕਿਤੇ ਤਾਂ ਇੱਕ ਬੰਦੇ ਦੀ ਗ੍ਰਿਫਤਾਰੀ ਦਾ ਮਸਲਾ ਹੈ, ਪਰ ਉਸ ਜੀ, ਤੋਂ ਜੀ। ਬਾਅਦ ਅਨੇਕਾਂ ਮਸਲੇ ਐਸੇ ਖੜੇ ਹੋ ਜਾਂਦੇ ਨੇ ਜਿਹੜੇ ਨਵੀਆਂ ਮੁਸੀਬਤਾਂ ਖੜੀਆਂ ਕਰ ਸਕਦੇ ਨੇ, ਸੂਬੇ ਲਈ ਚੁਣੌਤੀਆਂ ਖੜੀਆਂ ਹੋ ਜਾਂਦੀਆਂ। ਇਸ ਕਰਕੇ ਲੱਗਦਾ ਹੈ ਕਿ ਸੂਝ-ਬੂਝ ਦੇ ਨਾਲ ਚੀਜ਼ਾਂ ਨੂੰ ਜਿਹੜਾ ਹੈਗਾ ਅੱਜ ਦੇ ਸਮਾਗਮ ਦੇ ਦੌਰਾਨ, ਹਾਲਾਂਕਿ ਦੇਖਦੇ ਹਾਂ ਕਿਸ ਤਰ੍ਹਾਂ ਦੀ ਤਸਵੀਰ ਹੈ ਜਿਹੜੀ ਸਾਹਮਣੇ ਆਉਂਦੀ ਹੈ, ਕਿਸ ਤਰ੍ਹਾਂ ਦੇ ਭਾਸ਼ਣ ਜਿਹੜੇ ਨੇ ਮੰਚ ਤੋਂ ਸੁਣਨ ਨੂੰ ਮਿਲਦੇ ਨੇ, ਅੰਮ੍ਰਿਤਪਾਲ ਹੋਰਾਂ ਦਾ ਕਿਸ ਤਰ੍ਹਾਂ ਰੁਖ ਰਹੇਗਾ, ਉਹਨਾਂ ਸਹਿਯੋਗੀਆਂ ਦਾ, ਸਾਥੀਆਂ ਦਾ ਕਿਸ ਤਰ੍ਹਾਂ ਰੁਖ ਰਹੇਗਾ। ਪਰ ਹਾਲ ਫਿਲਹਾਲ ਦੀ ਕੜੀ ਇੱਕ ਲਾਈਨ ਦੇ ਵਿੱਚ ਮੈਂ ਦੱਸ ਦਿਆਂ ਕਿ ਸਭ ਤੋਂ ਪਹਿਲਾਂ ਇਸ ਗੇਟ ਦਾ ਉਦਘਾਟਨ ਹੋਏਗਾ, ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਮੱਥਾ ਟੇਕਣਗੇ ਪਿੰਡ ਦੇ ਵਿੱਚ, ਔਰ ਗੁਰਦੁਆਰਾ ਸਾਹਿਬ ਦੇ ਸਾਹਮਣੇ ਪੰਡਾਲ ਲਾਇਆ ਗਿਆ, ਉੱਥੇ ਇੱਕ ਵੱਡਾ ਸਮਾਗਮ ਹੋਵੇਗਾ। ਜੀ ਜੀ ਠੀਕ ਹੈ ਨਪਿੰਦਰ, ਫਿਲਹਾਲ तमाम ਜਾਣਕਾਰੀ ਲਈ ਧੰਨਵਾਦ ਹੈ। ਤਾਂ ਨਪਿੰਦਰ ਬਰਾੜ ਮੇਰੇ ਸਹਿਯੋਗੀ ਮੌਜੂਦ ਸਨ ਲਾਈਵ ਸਾਡੇ ਨਾਲ, ਔਰ ਜਿਨ੍ਹਾਂ ਨੇ ਸਾਨੂੰ ਉਹ ਗੇਟ ਵੀ ਦਿਖਾਇਆ ਹੈ ਜਿਸ ਤੇ ਜਾ ਕੇ ਉਦਘਾਟਨ ਕਰਨਾ ਹੈ। ਪਹਿਲਾਂ ਉਸ ਦਾ ਉਦਘਾਟਨ ਹੋਣਾ ਹੈ, ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਜਾਏਗਾ, ਤਾਂ ਫਿਰ ਉੱਥੇ ਜੋ ਵੱਡਾ ਸਮਾਗਮ ਹੈ ਪਿੰਡ ਬੁੱਧ ਸਿੰਘ ਵਾਲਾ ਦੇ ਵਿੱਚ, ਉੱਥੇ ਫਿਰ ਸੰਬੋਧਨ ਵੀ ਹੋਏਗਾ। ਯਾਨੀ ਕਿ ਸਮਾਗਮ ਜਿਹੜਾ ਹੈ ਉਹ ਅੱਜ ਰੱਖਿਆ ਗਿਆ, ਔਰ ਵੇਖਣਾ ਹੋਏਗਾ ਕਿਸ ਤਰੀਕੇ ਦੀ ਤਸਵੀਰ ਇੱਥੋਂ ਵੇਖਣ ਨੂੰ ਮਿਲੇਗੀ। ਅੱਗੇ ਵਧਾਂਗੇ, ਉਧਰ ਪੁਲਿਸ ਰਿਮਾਂਡ ਤੇ ਅੰਮ੍ਰਿਤਪਾਲ ਦਾ ਸਮਰਥਕ ਹੈ। ਇੱਕ ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ ਗਿਆ ਲਵਪ੍ਰੀਤ ਸਿੰਘ ਤੂਫਾਨ ਨੂੰ ਪੁਲਿਸ ਨੇ ਦੇਰ ਰਾਤ ਅਜਨਾਲਾ ਕੋਰਟ ਦੇ ਵਿੱਚ ਪੇਸ਼ ਕੀਤਾ। ਅਦਾਲਤ ਨੇ ਇੱਕ ਦਿਨ ਦੇ ਰਿਮਾਂਡ ਤੇ ਭੇਜ ਦਿੱਤਾ ਹੈ। ਨੌਜਵਾਨ ਨੂੰ ਅਗਵਾ ਕਰਕੇ ਕੁੱਟਮਾਰ ਕਰਨ ਦੇ ਮਾਮਲੇ ਦੇ ਵਿੱਚ ਕੇਸ ਦਰਜ ਹੈ। ਇਸੇ ਮਾਮਲੇ ਦੇ ਵਿੱਚ ਅੰਮ੍ਰਿਤਪਾਲ ਵੀ ਨਾਮਜ਼ਦ ਹੈ। ਪੁਲਿਸ ਨੇ FIR ਦੇ ਵਿੱਚ ਕੇਸਾਂ ਦੀ ਬੇਅਦਬੀ ਦੀ ਧਾਰਾ ਵੀ ਜੋੜੀ ਹੈ। ਤਾਂ ਇਹ ਤਸਵੀਰ ਦਿਖਾ ਰਹੇ ਹਾਂ। ਰਿਮਾਂਡ ਜਿਹੜਾ ਹੈ ਲਵਪ੍ਰੀਤ ਸਿੰਘ ਤੂਫਾਨ ਦਾ ਹਾਸਿਲ ਹੋਇਆ ਹੈ। ਹਾਲਾਂਕਿ ਲਵਪ੍ਰੀਤ ਸਿੰਘ ਤੂਫਾਨ ਦਾ ਪਰਿਵਾਰ ਜ਼ਿਕਰ ਕਰ ਰਿਹਾ ਹੈ, ਉਹਨਾਂ ਦਾ ਕਹਿਣਾ ਹੈ ਕਿ ਉਹ 10 ਦਿਨ ਤੋਂ ਘਰ ਤੋਂ ਬਾਹਰ ਵੀ ਨਹੀਂ ਗਿਆ, ਤਾਂ ਇਸ ਕਰਕੇ ਉਹ ਕੋਈ ਦੋਸ਼ੀ ਨਹੀਂ ਹੈ, ਕਿਸੇ ਕਿਸਮ ਦਾ ਜ਼ੁਲਮ ਨਹੀਂ ਕੀਤਾ, ਪਰ ਗ੍ਰਿਫਤਾਰੀ ਹੋਈ ਹੈ, ਉਸ ਤੋਂ ਬਾਅਦ ਕੋਰਟ 'ਚ ਪੁਲਿਸ ਨੇ ਪੇਸ਼ ਕੀਤਾ। ਹਾਂ ਜੀ, ਇਹ ਤਿਬੜੀ ਪਿੰਡ ਦੇ ਰਹਿਣ ਵਾਲੇ ਨੇ। ਇਹ ਜਿਹੜਾ 29 ਨੰਬਰ ਪਰਚਾ ਦਰਜ ਹੋਇਆ ਸੀ 15 ਤਰੀਕ ਨੂੰ ਜੀ, 16 ਤਰੀਕ ਨੂੰ ਰਾਤ ਜੀ, ਤੇ ਜਿਹੜੀ 15 ਤਰੀਕ ਦਾ ਵਾਕਿਆ ਹੋਇਆ ਸੀ ਉਹਦੇ ਸੰਬੰਧ ਦੇ ਵਿੱਚ ਅੱਜ ਗ੍ਰਿਫਤਾਰ ਕੀਤਾ ਗਿਆ ਜੀ, ਤੇ ਅੱਜ ਇਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਗਿਆ ਜੀ, ਤੇ ਇੱਕ ਦਿਨ ਦਾ ਰਿਮਾਂਡ ਮਿਲਿਆ, ਤੇ ਉਸ ਤੋਂ ਬਾਅਦ ਵਿੱਚ ਉਹ ਇਨਵੈਸਟੀਗੇਸ਼ਨ ਜਾਰੀ ਹੈ ਜੀ, ਤੇ ਫਰਦਰ ਬਾਕੀ ਜਿਹੜੇ ਜਿਹਦਾ ਜੋ ਵੀ ਰੋਲ ਹੈ ਉਹ ਅੱਗੇ ਇਨਵੈਸਟੀਗੇਸ਼ਨ 'ਚ ਜਿਸ ਤਰ੍ਹਾਂ ਆਵੇਗਾ ਤੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ। ਤਾਂ ਹੁਣ ਪਟਿਆਲੇ ਤੇ ਨਜ਼ਰ ਹੈ। ਮਿਸਿਸ ਸਿੱਧੂ ਨੇ ਲੋਕ ਸਭਾ ਚੋਣਾਂ ਦੇ ਲਈ ਤਾਲ ਠੋਕੀ ਹੈ। ਪਟਿਆਲਾ ਤੋਂ ਨਵਜੋਤ ਕੌਰ ਸਿੱਧੂ ਨੇ ਤਾਲ ਠੋਕੀ ਹੈ, ਮੌਕਾ ਮਿਲਣ ਤੇ ਜ਼ਰੂਰ ਸੇਵਾ ਕਰਾਂਗੀ, ਇਹ ਉਹਨਾਂ ਨੇ ਕਿਹਾ ਹੈ। ਪਟਿਆਲਾ ਦੇ ਵਿੱਚ ਉਹ ਮੌਜੂਦ ਸੀ, ਉਹਨਾਂ ਦਾ ਕਹਿਣਾ ਹੈ ਕਿ ਮੇਰੀ ਕਰਮ ਭੂਮੀ ਹੈ ਪਟਿਆਲਾ, ਮੌਕਾ ਮਿਲਣ ਤੇ ਮੈਂ ਜ਼ਰੂਰ ਸੇਵਾ ਕਰਾਂਗੀ, ਨਵਜੋਤ ਕੌਰ ਕਹਿੰਦੇ ਹੋਏ ਨਜ਼ਰ ਆਏ ਨੇ। ਸੋ ਦੱਸ ਦਈਏ ਕਿ ਉੱਥੇ ਪਹੁੰਚੇ ਹੋਏ ਸਨ ਔਰ ਉਹਨਾਂ ਨੇ ਇਹ ਸਟੇਟਮੈਂਟ ਦਿੱਤੀ ਹੈ, ਬਿਆਨ ਦਿੱਤਾ ਹੈ, ਮੇਰੀ ਕਰਮ ਭੂਮੀ ਹੈ ਪਟਿਆਲਾ, ਉੱਥੇ ਉਹਨਾਂ ਦੀ ਰਿਹਾਇਸ਼ ਵੀ ਹੈ। ਨਵਜੋਤ ਕੌਰ ਸਿੱਧੂ ਦੀ ਦੱਸਦੀ ਕਿ ਮੌਜੂਦਗੀ ਦੇ ਵਿੱਚ ਸਮਰਥਕਾਂ ਨੇ ਵੀ ਐਲਾਨ ਕੀਤਾ ਹੈ, ਤਾਂ ਸਮਰਥਕ ਵੀ ਇੱਕ ਐਲਾਨ ਕਰਦੇ ਹੋਏ ਨਜ਼ਰ ਆਏ ਨੇ, ਨਵਜੋਤ ਕੌਰ ਨੂੰ ਲੋਕ ਸਭਾ ਮੈਂਬਰ ਬਣਾਓ। ਕਾਂਗਰਸ ਚੋਂ ਕੱਢੇ ਹੋਏ ਨਰਿੰਦਰ ਲਾਲੀ ਇਸ ਮੌਕੇ ਮੌਜੂਦ ਸਨ, ਉਹਨਾਂ ਨੇ ਸ਼ਿਵਰਾਤਰੀ ਮੌਕੇ ਐਲਾਨ ਕੀਤਾ ਹੈ। ਤਾਂ ਪਟਿਆਲਾ ਤੋਂ ਇਹ ਤਸਵੀਰ ਹੈ ਕੱਲ ਦੀ, ਔਰ ਇਸ ਮੌਕੇ ਤੇ ਉਹਨਾਂ ਨੇ ਇਹ ਵੱਡੀ ਸਟੇਟਮੈਂਟ ਲੋਕ ਸਭਾ ਚੋਣਾਂ ਨੂੰ ਲੈ ਕੇ ਦਿੱਤੀ ਹੈ। ਅਸੀਂ ਵਾਜੀ ਆ ਪਿਛਲੇ 5 ਸਾਲ ਤੋਂ ਲਗਾਤਾਰ ਵੀ ਸਾਡੇ ਇਲਾਕੇ ਦੀ, ਸਾਡੇ ਪਟਿਆਲੇ ਦੀ ਕੋਈ ਸੇਵਾ ਨਹੀਂ ਕਰ ਸਕਿਆ, ਔਰ ਮੈਂ ਪ੍ਰਮਾਤਮਾ ਤੋਂ ਬੇਨਤੀ ਕਰਦਾ ਕਿ ਪ੍ਰਮਾਤਮਾ ਔਰ ਸਾਰੇ ਸੰਗਤ ਇਹਨਾਂ ਨੂੰ ਮੈਂਬਰ ਆਫ ਪਾਰਲੀਮੈਂਟ ਦਾ ਟਿਕਟ ਦੇ ਕੇ ਮੈਂਬਰ ਆਫ ਪਾਰਲੀਮੈਂਟ ਨੂੰ ਜਾਰੀ ਦੀ ਪਾਰਟੀ ਹੈ, ਇਹ ਸਾਡੀ ਪੋਸਟਾਂ ਨਾਲ ਨਹੀਂ ਜੁੜੀ ਹੋਈ। ਅਸੀਂ ਹੋ ਸਕਦਾ ਕੋਈ ਪੋਸਟ ਨਾ ਹੋਈਏ, ਪਰ ਸਭ ਤੋਂ ਜ਼ਿਆਦਾ ਕੰਮ ਕਰ ਰਹੇ ਹੋਈਏ। ਇਹ ਉੱਤੇ ਵਾਲਿਆਂ ਤੇ ਹੈ, ਇਹਨੂੰ ਤਾਂ ਬਹੁਤ ਵੱਡੇ ਅਹੁਦੇ ਨੇ ਠੁਕਰਾਏ ਹੈ। ਇਹ ਇੱਕ ਕਾਂਗਰਸ ਦਾ ਇੱਕ ਪ੍ਰਧਾਨ ਹੋਣਾ ਤਾਂ ਬਹੁਤ ਛੋਟੀ ਗੱਲ ਹੈ ਇਹਦੇ ਲਈ। ਮਜ਼ਬੂਤੀ ਅਹੁਦੇ ਨੇ, ਹਾਂ, ਬੜੇ ਮਜ਼ਬੂਤੀ ਅਹੁਦੇ ਨੂੰ ਮਿਲੇ ਹੈ। ਇਹਨੂੰ ਪੇਸ਼ ਵੀ ਕਿਤੇ ਗਏ ਆ, ਪਰ ਇਹ ਕਹਿੰਦਾ ਜਦ ਤੱਕ ਨਵਜੋਤ ਸਿੱਧੂ ਬਾਹਰ ਨਹੀਂ ਆਉਂਦਾ ਮੈਂ ਨਹੀਂ ਰਹਿੰਦਾ। ਸੋ ਅਸੀਂ ਸੇਵਾ ਵਾਲੇ ਲੋਕ ਹਾਂ, ਬਿਨਾਂ ਅਹੁਦਿਆਂ ਤੋਂ ਵੀ ਸੇਵਾ ਕਰਾਂਗੇ। सेवा ही सेवा करने आए, जब तक जिंदगी है सेवा करें। अगर इनकी चाहत होगी तो जरूर मेरी ये कर्म भूमि है, तो मैं चाहूंगी कि मैं यहाँ की सेवा करूँ।
ਤਾਂ ਇਹ ਤਸਵੀਰਾਂ ਦਿਖਾ ਰਹੇ ਹਾਂ ਜਿਸ ਮੌਕੇ ਤੇ ਨਵਜੋਤ ਕੌਰ ਸਿੱਧੂ ਪਹੁੰਚੇ ਹੋਏ ਸਨ। ਜ਼ਿਕਰਯੋਗ ਹੈ ਨਵਜੋਤ ਸਿੰਘ ਸਿੱਧੂ ਅਜੇ ਜੇਲ੍ਹ ਦੇ ਵਿੱਚ ਬੰਦ ਨੇ ਔਰ ਮੰਨਿਆ ਜਾ ਰਿਹਾ ਹੈ ਕਿ ਮਾਰਚ ਅਪ੍ਰੈਲ ਤੱਕ ਉਹਨਾਂ ਦੀ ਰਿਹਾਈ ਹੋ ਜਾਏਗੀ। ਪਰ ਉਸ ਤੋਂ ਪਹਿਲਾਂ ਕਿਤੇ ਨਾ ਕਿਤੇ ਹਾਲ ਵਿੱਚ ਇਹ ਜੋ ਬਿਆਨ ਦਿੱਤਾ ਗਿਆ ਜਾਂ ਫਿਰ ਜੋ ਮੀਡੀਆ ਦੇ ਸਾਹਮਣੇ ਆਏ ਨੇ ਨਵਜੋਤ ਕੌਰ ਸਿੱਧੂ, ਤਾਂ ਇਸ ਨੂੰ ਲੈ ਕੇ ਕਾਫੀ ਸਿਆਸੀ ਮਾਇਨੇ ਨਜ਼ਰ ਆ ਰਹੇ ਨੇ। ਖਾਸ ਤੌਰ ਤੇ ਜੇਕਰ ਪਟਿਆਲਾ ਦੀ ਗੱਲ ਕੀਤੀ ਜਾਵੇ, ਇੱਥੇ ਵੀ ਉਹਨਾਂ ਦੀ ਰਿਹਾਇਸ਼ ਹੈ। ਉਹਨਾਂ ਦਾ ਕਹਿਣਾ ਕਿ ਮੇਰੀ ਕਰਮ ਭੂਮੀ ਹੈ। ਖਾਸ ਤੌਰ ਤੇ ਜੇਕਰ ਅੰਮ੍ਰਿਤਸਰ ਦਾ ਜ਼ਿਕਰ ਕਰਦੇ ਹਾਂ ਤਾਂ ਉੱਥੇ ਇਹਨਾਂ ਦਾ ਰਹਿਣਾ ਹੈ, ਉੱਥੇ ਰਹਿੰਦੇ ਨੇ, ਉਹਨਾਂ ਦੀ ਰਿਹਾਇਸ਼ ਹੈ ਔਰ ਉੱਥੇ ਹੀ ਸਿਆਸੀ ਗੱਲ ਕੀਤੀ ਜਾਵੇ ਤਾਂ ਉਹ ਉੱਥੋਂ ਜ਼ਮੀਨ ਤੋਂ ਉਤਰਦੇ ਨੇ, ਉੱਥੋਂ ਹੀ ਇਹਨਾਂ ਨੇ ਚੋਣ ਲੜੀ ਹੈ। ਪਰ ਇਹ ਹੁਣ ਕੁਝ ਵੱਖਰਾ ਬਿਆਨ ਸਾਹਮਣੇ ਆਇਆ ਹੈ, ਇੱਕ ਵੱਖਰੇ ਸੰਦਰਭ 'ਚ ਅਸੀਂ ਕਹਿ ਸਕਦੇ ਹਾਂ ਕਿਉਂਕਿ ਚੋਣਾਂ ਦੇ ਮੱਦੇਨਜ਼ਰ ਹੈ। ਪਿਛਲੇ 5 ਸਾਲ ਤੋਂ ਲਗਾਤਾਰ ਵੀ ਸਾਡੇ ਇਲਾਕੇ ਦੀ, ਸਾਡੇ ਪਟਿਆਲੇ ਦੀ ਕੋਈ ਸੇਵਾ ਨਹੀਂ ਕਰ ਸਕਿਆ ਔਰ ਮੈਂ ਪ੍ਰਮਾਤਮਾ ਤੋਂ ਬੇਨਤੀ ਕਰਦਾ ਕਿ ਪ੍ਰਮਾਤਮਾ ਔਰ ਸਾਰੇ ਸੰਗਤ ਦੇ ਇਹਨਾਂ ਨੂੰ ਮੈਂਬਰ ਆਫ ਪਾਰਲੀਮੈਂਟ ਦਾ ਟਿਕਟ ਦੇ ਕੇ ਮੈਂਬਰ ਆਫ ਪਾਰਲੀਮੈਂਟ ਨੂੰ ਜਾਰੀ ਕੀਤਾ। ਅਸੀਂ ਵਾਅਦੇ ਆ ਪਿਛਲੇ 5 ਸਾਲ ਤੋਂ ਲਗਾਤਾਰ ਵੀ ਸਾਡੇ ਇਲਾਕੇ ਦੀ, ਸਾਡੇ ਪਟਿਆਲੇ ਦੀ ਕੋਈ ਸੇਵਾ ਨਹੀਂ ਕਰ ਸਕਿਆ ਔਰ ਮੈਂ ਪ੍ਰਮਾਤਮਾ ਤੋਂ ਬੇਨਤੀ ਕਰਦਾ ਕਿ ਪ੍ਰਮਾਤਮਾ ਔਰ ਸਾਰੇ ਸੰਗਤ ਦੇ ਇਹਨਾਂ ਨੂੰ ਮੈਂਬਰ ਆਫ ਪਾਰਲੀਮੈਂਟ ਦਾ ਟਿਕਟ ਦੇ ਕੇ ਮੈਂਬਰ ਆਫ ਪਾਰਲੀਮੈਂਟ ਨੂੰ ਜਾਰੀ ਕੀਤਾ। सेवा करने आए, जब तक जिंदगी है सेवा करें। अगर इनकी चाहत होगी तो जरूर मेरी ये कर्म भूमि है तो मैं चाहूंगी कि मैं यहाँ की सेवा करूँ। ਤਾਂ ਨਵਜੋਤ ਕੌਰ ਸਿੱਧੂ ਵੀ ਕਾਫੀ ਖੁਸ਼ ਨਜ਼ਰ ਆ ਰਹੇ ਸੀ, ਕਹਿ ਸਕਦੇ ਹਾਂ ਸੌਖੇ ਸ਼ਬਦਾਂ 'ਚ। ਮਨੋਜ ਸ਼ਰਮਾ ਮੇਰੇ ਸਹਿਯੋਗੀ ਫੋਨ ਲਾਈਨ ਤੇ ਨੇ ਪਟਿਆਲਾ ਤੋਂ। ਮਨੋਜ, ਬਿਆਨ ਨੇ ਜਿਹੜਾ ਹੈ ਇੱਕ ਤਰੀਕੇ ਦੇ ਨਾਲ ਸੁਰਖੀਆਂ ਇਸ ਕਰਕੇ ਬਟੋਰੀਆਂ ਨੇ ਕਿਉਂਕਿ ਚੋਣਾਂ ਆਉਣ ਵਾਲੀਆਂ ਨੇ। ਨਵਜੋਤ ਕੌਰ ਸਿੱਧੂ ਸ਼ਿਵਰਾਤਰੀ ਮੌਕੇ ਪਹੁੰਚਦੇ ਨੇ ਔਰ ਜਿੱਥੇ ਉਹ ਸਟੇਟਮੈਂਟ ਦੇ ਰਹੇ ਨੇ ਕਿ ਮੈਂ ਸੇਵਾ ਕਰਾਂਗੀ ਔਰ ਮੇਰੀ ਕਰਮ ਭੂਮੀ ਹੈ। ਕਿਸ ਤਰੀਕੇ ਦੇ ਨਾਲ ਅਸੀਂ ਵੇਖ ਸਕਦੇ ਹਾਂ ਇਸ ਸਾਰੇ ਸਿਨੈਰੀਓ ਨੂੰ? ਜੀ ਬਿਲਕੁਲ ਗੁਰਜੋਤ, ਨਵਜੋਤ ਕੌਰ ਸਿੱਧੂ ਤੋਂ ਜਦੋਂ ਸਵਾਲ ਪੁੱਛਿਆ ਗਿਆ ਕਿ ਤੁਹਾਡੇ ਸਮਰਥਕਾਂ ਨੇ ਇੱਥੇ ਐਲਾਨ ਕੀਤਾ ਕਿ ਨਵਜੋਤ ਸਿੰਘ ਸਿੱਧੂ ਅਗਰ ਬਾਹਰ ਆਉਂਦੇ ਨੇ ਤਾਂ ਉਹਨਾਂ ਨੂੰ ਕੀ ਪਦਵੀ ਮਿਲਦੀ, ਉਹ ਕਹਿੰਦੇ ਉਹ ਗੱਲ ਨੂੰ ਛੱਡੋ। ਫਿਰ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ 2024 ਤੋਂ ਕਾਂਗਰਸ ਦੀ ਟਿਕਟ ਮਿਲਣੀ ਚਾਹੀਦੀ ਹੈ ਪਟਿਆਲਾ ਤੋਂ। ਨਰਿੰਦਰਪਾਲ ਲਾਲੀ ਜਿਹੜੇ ਖਾਸਮ ਖਾਸ ਨੇ ਨਵਜੋਤ ਸਿੰਘ ਸਿੱਧੂ ਦੇ, ਉਹਨਾਂ ਨੇ ਪ੍ਰੋਗਰਾਮ ਕਰਾਇਆ ਸੀ ਤੇ ਉੱਥੇ ਜਦੋਂ ਨਵਜੋਤ ਕੌਰ ਸਿੱਧੂ ਨੂੰ ਅਸੀਂ ਸਵਾਲ ਕੀਤਾ ਤਾਂ ਉਹਨਾਂ ਨੇ ਸਾਫ਼ ਕਿਹਾ ਕਿ ਪਟਿਆਲਾ ਮੇਰੀ ਕਰਮ ਭੂਮੀ ਹੈ ਤੇ ਪਟਿਆਲੇ ਦੇ ਲੋਕਾਂ ਦੀ, ਪਟਿਆਲਾ ਲੋਕ ਸਭਾ ਹਲਕੇ ਦੇ ਲੋਕ ਨੇ ਜਿਹੜੇ, ਉਹਨਾਂ ਦੀ ਸੇਵਾ ਕਰਨਾ ਮੇਰਾ ਫਰਜ਼ ਵੀ ਹੈ ਤੇ ਮੈਂ ਸੇਵਾ ਕਰਦੀ ਰਹਾਂਗੀ। ਸੋ ਕਿਤੇ ਨਾ ਕਿਤੇ ਜਿਵੇਂ ਜਿਵੇਂ ਨਵਜੋਤ ਸਿੰਘ ਸਿੱਧੂ ਦੇ ਬਾਹਰ ਆਉਣ ਦੇ ਜਿਹੜਾ ਸਮਾਂ ਹੈਗਾ ਨੇੜੇ ਆਉਂਦਾ ਜਾ ਰਿਹਾ ਤਾਂ ਉਹਨਾਂ ਦੇ ਜਿਹੜੇ ਸਮਰਥਕ ਨੇ ਉਹਨਾਂ ਦੇ ਵੱਲੋਂ ਨਵਜੋਤ ਕੌਰ ਸਿੱਧੂ ਨੂੰ ਇਸ ਤਰ੍ਹਾਂ ਨਾਲ ਪੇਸ਼ ਕੀਤਾ ਜਾਣਾ ਆਪ ਦੇ ਆਪ 'ਚ ਪੰਜਾਬ ਦੀ ਰਾਜਨੀਤੀ ਦੇ ਲਈ ਇੱਕ ਵੱਡੀ ਗੱਲ ਹੈ ਤੇ ਹੋ ਸਕਦਾ ਕਿ ਉਹਨਾਂ ਦੇ ਜਿਹੜੇ ਸਮਰਥਕ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਦੀ ਜਿਹੜੀ ਹਾਈ ਕਮਾਨ ਉਹ ਤੋਂ ਵੀ ਟਿਕਟ ਦੇ ਲਈ ਮੰਗ ਕਰਨ। ਦੂਜੀ ਇੱਕ ਗੱਲ ਖਾਸ ਤੌਰ ਤੇ ਦੱਸ ਦਿਆ ਕਿ ਜਿਹੜੇ ਨਰਿੰਦਰਪਾਲ ਲਾਲੀ ਨੇ ਸ਼ਹਿਰੀ ਪ੍ਰਧਾਨ ਨੇ ਉਹਨਾਂ ਨੂੰ ਰਾਜਾ ਵੜਿੰਗ ਨੇ ਪਾਰਟੀ ਚੋਂ ਕੱਢਤਾ ਸੀ। ਪਰ ਜਦੋਂ ਰਾਤ ਉਹਨਾਂ ਤੋਂ ਸਵਾਲ ਕੀਤਾ ਕਿ ਤੁਸੀਂ ਨਰਿੰਦਰਪਾਲ ਲਾਲੀ ਦੇ ਪ੍ਰੋਗਰਾਮ ਤੇ ਆਏ ਹੋ ਤਾਂ ਉਹਨਾਂ ਨੇ ਕਿਹਾ ਕਿ ਨਰਿੰਦਰਪਾਲ ਲਾਲੀ ਨੇ ਤਾਂ ਵੱਡੇ ਵੱਡੇ ਅਹੁਦੇ ਠੁਕਰਾਏ ਨੇ, ਇੱਕ ਪ੍ਰਧਾਨ ਦਾ ਅਹੁਦਾ ਉਹਦੇ ਲਈ ਕੋਈ ਮਾਇਨੇ ਨਹੀਂ ਰੱਖਦਾ। ਸੋ ਕਿਤੇ ਨਾ ਕਿਤੇ ਨਵਜੋਤ ਕੌਰ ਸਿੱਧੂ ਹੁਣ ਮੈਦਾਨ 'ਚ ਆ ਚੁੱਕੇ ਨੇ, ਜਿਸ ਤਰ੍ਹਾਂ ਦੀਆਂ ਸਰਗਰਮੀਆਂ ਤੇਜ਼ ਨੇ ਤੇ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਇਹ ਜਿਹੜੀ ਗੱਲ ਹੈਗੀ ਹੋਰ ਉੱਭਰ ਕੇ ਸਾਹਮਣੇ ਆਵੇ। ਜੀ ਠੀਕ ਹੈ, ਧੰਨਵਾਦ ਹੈ ਮਨੋਜ तमाम ਜਾਣਕਾਰੀ ਲਈ। ਤਾਂ ਜਿੱਥੇ ਇਹ ਮੰਗ ਉੱਠ ਰਹੀ ਹੈ, ਸਿਆਸੀ ਸਰਗਰਮੀਆਂ ਵਧੀਆਂ ਨੇ, ਤਾਂ ਉੱਥੇ ਹੀ ਇੱਕ ਕਾਂਗਰਸ ਦੇ ਅੰਦਰ ਖਾਤੇ, ਕਿਉਂਕਿ ਨਰਿੰਦਰ ਲਾਲੀ ਨੂੰ ਕਾਂਗਰਸ ਚੋਂ ਕੱਢਿਆ ਜਾ ਚੁੱਕਿਆ ਹੈ ਪਰ ਉਸ ਦੇ ਬਾਵਜੂਦ ਇਹ ਸਮਾਗਮ 'ਚ ਸ਼ਾਮਿਲ ਹੁੰਦੇ ਨੇ, ਬਿਆਨ ਦਿੰਦੇ ਨੇ, ਤਾਂ ਫਿਰ ਇੱਥੇ ਅੰਦਰ ਖਾਤੇ ਵੀ ਜਿਹੜਾ ਹੈ ਇੱਕ ਕਿਸਮ ਦੇ ਨਾਲ ਤਕਰਾਰ ਜਿਹੜੀ ਹੈ ਉਹ ਸ਼ੁਰੂ ਹੋ ਸਕਦੀ ਹੈ। ਤਾਂ ਉਧਰ ਮਨੀਸ਼ ਸਿਸੋਦੀਆ ਨੇ ਸੀਬੀਆਈ ਦੇ ਅੱਗੇ ਪੇਸ਼ ਹੋਣ ਦੇ ਲਈ ਸਮਾਂ ਮੰਗਿਆ। ਬਜਟ ਦੀਆਂ ਤਿਆਰੀਆਂ ਦੇ ਵਿੱਚ ਰੁੱਝੇ ਹੋਣ ਦਾ ਉਹਨਾਂ ਨੇ ਹਵਾਲਾ ਦਿੱਤਾ ਹੈ। ਅੱਜ ਪੇਸ਼ੀ ਦੇ ਲਈ ਦੱਸਦੇ ਕਿ ਸੀਬੀਆਈ ਨੇ ਸੰਮਨ ਦਿੱਤੇ ਹੋਏ ਸਨ, ਅੱਜ ਉਹਨਾਂ ਨੇ ਪੇਸ਼ ਹੋਣਾ ਸੀ। ਤਾਂ ਮਨੀਸ਼ ਸਿਸੋਦੀਆ ਨੇ ਕਿਹਾ ਹੈ ਕਿ ਸੀਬੀਆਈ ਨੇ ਮੈਨੂੰ ਪੁੱਛਗਿੱਛ ਲਈ ਬੁਲਾਇਆ ਹੈ, ਮੈਂ ਬਜਟ ਦੀਆਂ ਤਿਆਰੀਆਂ ਦੇ ਵਿੱਚ ਲੱਗਿਆ ਹਾਂ। ਫਰਵਰੀ ਦੇ ਆਖਿਰ ਦੇ ਵਿੱਚ ਪੁੱਛਗਿੱਛ ਕਰਨ ਦੀ ਅਪੀਲ ਕੀਤੀ ਹੈ ਉਹਨਾਂ ਨੇ। ਕਥਿਤ ਤੌਰ ਤੇ ਸ਼ਰਾਬ ਘੁਟਾਲਾ ਹੈ ਜਿਸ ਮਾਮਲੇ ਦੇ ਵਿੱਚ ਪੁੱਛਗਿੱਛ ਹੋਣੀ ਹੈ। ਇਹ ਵੀ ਦੱਸ ਦਈਏ ਕਿ ਕਥਿਤ ਸ਼ਰਾਬ ਘੁਟਾਲੇ 'ਚ ਸੀਬੀਆਈ ਪਹਿਲਾਂ ਵੀ ਕਈ ਵਾਰ ਪੁੱਛਗਿੱਛ ਕਰ ਚੁੱਕੀ ਹੈ ਔਰ ਘਰ 'ਚ ਰੇਡ ਵੀ ਹੋ ਚੁੱਕੀ ਹੈ। ਮਨੀਸ਼ ਸਿਸੋਦੀਆ ਦੇ ਲੋਕਰ ਵੀ ਖੰਗਾਲੇ ਜਾ ਚੁੱਕੇ ਨੇ, ਪਰ ਫਿਰ ਤੋਂ ਇੱਕ ਵਾਰ ਸੀਬੀਆਈ ਨੇ ਸੱਦਿਆ ਹੈ ਔਰ ਅੱਜ ਲਈ ਸੰਮਨ ਜਾਰੀ ਕੀਤੇ ਗਏ ਸੀ। ਪਰ ਮਨੀਸ਼ ਸਿਸੋਦੀਆ ਨੇ ਹਵਾਲਾ ਦਿੱਤਾ ਹੈ ਰੁੱਝੇ ਹੋਣ ਦਾ ਬਜਟ ਦੀਆਂ ਤਿਆਰੀਆਂ ਵਿੱਚ।
ਤਾਂ ਮਨੀਸ਼ ਸਿਸੋਦੀਆ ਦੱਸ ਦਈਏ ਕਿ ਡਿਪਟੀ ਸੀਐਮ ਨੇ ਔਰ ਇਸ ਤੋਂ ਇਲਾਵਾ ਇਹਨਾਂ ਦੇ ਵੱਲੋਂ ਹੋਰ ਕੰਮਕਾਰ ਜਿਹੜਾ ਹੈ ਕੈਬਨਿਟ ਮੰਤਰੀ ਦੇ ਵਜੋਂ ਵੇਖਿਆ ਜਾਂਦਾ ਹੈ। ਔਰ ਖਾਸ ਤੌਰ ਤੇ ਹੁਣ ਦੀ ਗੱਲ ਕੀਤੀ ਜਾਵੇ, ਮਸਲਾ ਹੈ ਕਥਿਤ ਤੌਰ ਤੇ ਸ਼ਰਾਬ ਘੁਟਾਲੇ ਦਾ। ਉਹਨਾਂ ਦਾ ਕਹਿਣਾ ਕਿ ਮੈਂ ਸਹਿਯੋਗ ਹੁਣ ਤੱਕ ਦਿੱਤਾ ਹੈ ਸੀਬੀਆਈ ਨੂੰ, ਅੱਗੇ ਵੀ ਦਿੰਦਾ ਰਹਾਂਗਾ, ਤਾਂ ਇਸੇ ਕਰਕੇ ਮੈਨੂੰ ਥੋੜਾ ਸਮਾਂ ਦਿੱਤਾ ਜਾਵੇ। ਔਰ ਅੱਜ ਉਹਨਾਂ ਨੂੰ ਸੰਮਨ ਜਾਰੀ ਹੋਏ ਸੀ ਸੀਬੀਆਈ ਦੇ ਵੱਲੋਂ ਕਿ ਅੱਜ ਪੇਸ਼ ਹੋਵੇ ਹੁਣ, ਔਰ ਉਸ ਤੋਂ ਬਾਅਦ ਹੁਣ ਉਹਨਾਂ ਨੇ ਸਮਾਂ ਮੰਗਿਆ ਕਿ ਫਰਵਰੀ ਦੇ ਆਖਿਰ ਤੱਕ ਮੈਂ ਪੇਸ਼ ਹੋ ਸਕਦਾ ਹਾਂ, ਕਿਉਂਕਿ ਮੈਂ ਬਜਟ ਦੀਆਂ ਤਿਆਰੀਆਂ ਦੇ ਵਿੱਚ ਰੁੱਝਿਆ ਹੋਇਆ। ਉਹਨਾਂ ਨੇ ਇਹ ਤਰਕ ਦਿੱਤਾ ਹੈ। 24 घंटे लगा के मैं इस कोशिश में हूं कि फरवरी के एंड तक दिल्ली का बजट तैयार करके सेंट्रल गवर्नमेंट के पास अप्रूवल के लिए भेज दिया जाए। सेंट्रल गवर्नमेंट की मंजूरी के बाद ही दिल्ली विधानसभा में बजट पेश होता है, आप सब जानते हैं। तो फरवरी का लास्ट वीक होने के नाते इस वक्त मेरा एक एक दिन बहुत क्रूशियल है बजट की तैयारियों के लिए। क्या फरवरी के लास्ट के बाद में वो जब भी कोई तारीख तय करेंगे, मैं निश्चित रूप से एक्साइज पॉलिसी को लेके उनके जो भी क्वेश्चंस हैं उनका जवाब देना चाहूँगा। इस पूरे मामले को और भी क्लियर करना चाहूँगा और मुझे खुशी होगी, मैंने हमेशा जांच में सहयोग किया है, आगे भी पूरा सहयोग रखूँगा। लेकिन इस समय क्रूशियल टाइम है दिल्ली के बजट के लिए। अगर एक एक दिन इसके लिए इम्पोर्टेंट है, अगर इसमें कुछ डिस्टर्ब होता है तो दिल्ली के बजट के लिए तैयार करने में दिक्कत हो सकती है, उसको फाइनलाइज करने में दिक्कत हो सकती है। इसलिए मैंने उनसे रिक्वेस्ट किया है कि इसके बाद फरवरी के एंड के बाद में वो कभी भी मुझे बुलाएंगे तो मुझे खुशी होगी और उनके सारे सवालों के जवाब मैं दूंगा। मुझे पूरी उम्मीद है कि सीबीआई के अधिकारी इस परिस्थिति को समझेंगे कि दिल्ली के लिए दिल्ली का बजट कितना महत्वपूर्ण है और वित्त मंत्री होने के नाते उसके अंतिम चरण में जब वो उसको फाइनलाइज किया जा रहा है उस वक्त मेरी भूमिका यहाँ एक एक दिन मेरा कितना इम्पोर्टेंट है उसके लिए मुझे पूरी उम्मीद है कि वो इस बात को ध्यान रखेंगे। केंद्र की जिहड़ी बीजेपी सरकार आ वो लगातार आम आदमी पार्टी के खिलाफ साचा रच रही है। मनीष सिसोदिया जी के खिलाफ लगातार उन्होंने झूठे केसां दे फसाउण दी जिहड़ी प्रक्रिया वो जारी कर रखी हैगी। मनीष सिसोदिया जी कट्टर ईमानदार देश भगत ने, लगातार दिल्ली के बच्चों को अच्छी शिक्षा दे रहे हैं, अच्छी जिहड़ी एजुकेशन प्रोवाइड कर रहे हैं। दिल्ली के बच्चे जिहड़े ने वो एक बहुत ही शानदार एजुकेशन प्राप्त कर रहे हैं। सो मैं समझदा लगातार जो बीजेपी आ वो झूठे मुकदमे फसाउण लई यतनशील कर रही है। कोई भी सबूत हुण तक ना सीबीआई के हाथ ना ईडी के हाथ कोई सबूत नहीं लग्या हैगा। सो मैं समझदा एक साजिश जिहड़ी आ वो बीजेपी अपनी केंद्र दी एजेंसियां दा मिसयूज करके उन्हां दी दुरवरतों करके मनीष सिसोदिया जी खिलाफ रच रहे हैं। सो मैं दी निंदा करदा, ये बीजेपी जिहड़ी आ वो अपने घटिया हथ कंडे अपना रही आ। तो उधर कानून व्यवस्था ਨੂੰ ਲੈ ਕੇ सीएम मान ਦਾ ਦਾਵਾ ਸਾਹਮਣੇ ਆਇਆ। ਪੰਜਾਬ ਦੇ ਵਿੱਚ ਅਪਰਾਧਿਕ ਮਾਮਲਿਆਂ ਦੀ ਗਿਣਤੀ ਘਟੀ ਹੈ। सीएम ਨੇ ਕਿਹਾ ਹੈ एनसीबी ਦੀ ਰਿਪੋਰਟ ਦੇ ਮੁਤਾਬਿਕ ਪੰਜਾਬ ਦੇ ਵਿੱਚ ਸੁਧਾਰ ਆਇਆ ਹੈ। अरविंद केजरीवाल ने भी दस दिए कि इसनूं लैके पिठ थापड़ी है, ईमानदार सरकार बनाउण दा फल मिलिया है। अरविंद केजरीवाल का यह कहना है तो यह वड्डी खबर है, वड्डी स्टेटमेंट है। खास तौर पर जेकर असीं कानून व्यवस्था का जिक्र किया जाए तो उसनूं लैके सीएम मान दावा कर रहे हैं, कानून व्यवस्था नूं लैके सीएम मान दावा कर रहे हैं कि पंजाब दे विच अपराधिक मामलों की जिहड़ी गिनती है उस दे विच कटौती आई है, वो मामले घटे ने। एनसीबी की रिपोर्ट का उन्होंने हवाला दिता है कि एनसीबी की रिपोर्ट कह रही है कि पंजाब दे विच पहला नालों सुधार होया है। तो अरविंद केजरीवाल इस नूं लैके पिठ थापड़ रहे हैं पंजाब सरकार दी और वो कह रहे हैं कि ईमानदार सरकार बनाउण दा फल मिलिया। तो ट्वीट किया है सीएम भगवंत मान ने और वो दावा कर रहे हैं कि पंजाब दे विच अपराधिक मामले च कमी आई है। सीएम ने ट्वीट करके लिखा है, एक साल तो भी घट समय पंजाब की कानून व्यवस्था ते असीं जो भी काम किया है उसके नतीजे तुहाडे सामने ने। एनसीबी की रिपोर्ट अनुसार पंजाब दे विच अपराधिक मामले की गिनती च सुधार वेखण नूं मिलिया। सारे पंजाब लई यह शुभ संकेत ने, खुशहाल पंजाब वाल असीं लगातार वध रहे हैं। तो यह ट्वीट किया है सीएम भगवंत मान ने। उधर अरविंद केजरीवाल ट्वीट करते हैं आप सुप्रीमो ने और लिखते हैं, रोज पंजाब तो कानून व्यवस्था दे विच सुधार दीयां खबरां आ रही ने, हुण पंजाबियां नूं ईमानदार सरकार बनाउण दा फल मिलण लगा है। तो अरविंद केजरीवाल ने पिठ थापड़ी है पंजाब सरकार की। तो अदर ड्रग रिपोर्ट ते खुली चुनौती दी है। मजीठिया दी सीएम मान नूं खुली चुनौती है, हिम्मत है तो रिपोर्ट खोल के विखाओ, यह मजीठिया का कहना है। वह किसी रिपोर्ट तो नहीं डरदा, यह भी उन्होंने कहा है। तो दस दईए कि सील बंद रिपोर्टां हाईकोर्ट दे विच मौजूद ने और सुनवाई के दौरान इस बार ये चर्चावां सन। ये लग रहा सी कि रिपोर्टां खुल सकदियां ने, कोर्ट हुक्म दे सकता है। तो उसों लैके स्टेटमेंट दी सी सीएम ने, उन्होंने कहा सी कि वो चाहते हैं कि रिपोर्टां खुलन, वो स्वागत करते हैं जेकर रिपोर्टां खुलदियां ने। इस तो पहला भी पंजाब सरकार अपना जवाब दाखिल कर चुकी है। उन्होंने कहना है कि उन्होंने सहमति है जेकर रिपोर्टां खुलदियां ने
ਤਾਂ ਫਿਰ ਉਸ ਤੋਂ ਬਾਅਦ ਹੁਣ ਵਿਕਰਮ ਮਜੀਠੀਆ ਇਹ ਕਹਿ ਰਹੇ ਨੇ, ਉਹ ਚੁਣੌਤੀ ਦੇ ਰਹੇ ਨੇ ਕਿ ਹਿੰਮਤ ਹੈ ਤਾਂ ਰਿਪੋਰਟ ਖੋਲ ਕੇ ਦਿਖਾਓ। ਆਪਣੀ ਸਾਂਝ ਹੈ ਨਾ, ਸਰਕਾਰਾਂ ਤਾਂ ਬਦਲਦੀਆਂ। ਖੋਲ ਰਿਪੋਰਟ ਦੇ ਮਜੀਠੀਆ ਦੇ ਕਾਰਵਾਈ ਪਰਚਾ, ਮਜੀਠੀਆ ਇੱਥੇ ਚੱਲੂ। ਇਹ ਕਮਾਲ ਦੀ ਗੱਲ ਹੈ, ਜਿਹੜੀ ਰਿਪੋਰਟ ਤੁਹਾਡੇ ਮਤਲਬ ਸੀ ਉਹ ਖੋਲਤੀ, ਬਾਕੀਆਂ ਨਹੀਂ ਖੋਲਦੇ। ਮੈਨੂੰ ਕਿਸੇ ਰਿਪੋਰਟ ਦਾ ਕੋਈ ਚੜੀ ਲੱਥੀ ਨਹੀਂ। ਜਿੱਤ ਸੱਚਾਈ ਦੀ ਹੋਣੀ ਹੈ। ਪਹਿਲਾਂ ਵੀ ਰਿਪੋਰਟ ਦਾ ਫੈਸਲਾ ਹਾਈ ਕੋਰਟ ਨਹੀਂ ਦਿੱਤਾ ਨਾ। हेडलाइंस प्रेजेंटेड बाय पेट सफा आयुर्वेदिक चूर्ण। पेट सफा तो हर रोग दफा। हेडलाइंस प्रेजेंटेड बाय पेट सफा आयुर्वेदिक चूर्ण। पेट सफा तो हर रोग दफा। ਹੁਣ ਤੁਹਾਨੂੰ ਮੁੱਖ ਮੰਤਰੀ ਦਾ ਬਿਆਨ ਵੀ ਸੁਣਾ ਦਿੰਦੇ ਆ, ਜਿਸ ਬਿਆਨ ਨੂੰ ਲੈ ਕੇ ਵਿਕਰਮ ਮਜੀਠੀਆ ਦੇ ਵੱਲੋਂ ਸਵਾਲ ਕੀਤਾ ਗਿਆ ਸੀ। ਕਿੰਨੇ ਪੈਨੇ ਸੀ? ਮੈਂ ਕਿਹਾ ਜੀ ਲਿਫਾਫੇ 'ਚ ਮੈਨੂੰ ਕੀ ਪਤਾ ਕੀ ਹੈ, ਜਦੋਂ ਖੁੱਲਣਗੇ ਉਦੋਂ ਪਤਾ ਲੱਗੂਗਾ। ਲਿਫਾਫੇ ਕਿਸ ਚੀਜ਼ ਦਾ ਰਿਪੋਰਟ ਹੈ? ਰਿਪੋਰਟਾਂ ਨੇ ਜੀ, ਅਲੱਗ-ਅਲੱਗ SIT ਦੀ ਰਿਪੋਰਟ ਹੈ, ਕੋਈ ਕਿਸੇ ਕਮਿਸ਼ਨ ਦੀ ਰਿਪੋਰਟ ਹੈ, ਕਿਸੇ ਦਾ ਡਰੱਗ 'ਚ ਹੱਥ ਹੋ ਸਕਦਾ ਹੈ, ਕਿਸੇ ਦਾ ਕੋਈ ਕਿਸੇ ਹੋਰ ਜਿਹੜਾ ਜੁਰਮ 'ਚ ਹੱਥ ਹੋ ਸਕਦਾ ਹੈ। ਬੰਦ ਲਿਫਾਫਿਆਂ ਨੂੰ ਸਰਕਾਰ ਨੇ ਅਨੁਮਤੀ ਦਿੱਤੀ, ਸਾਰੇ ਖੋਲੋ, ਪਬਲਿਕ ਦੇ ਸਾਹਮਣੇ ਖੋਲੋ। ਪੋਲੀਟੀਕਲ ਬੰਦਿਆਂ ਦੇ ਵੀ, ਬਿਊਰੋਕਰੈਟਸ ਦੇ ਵੀ, ਜਿਹੜਾ ਵੀ ਨਾ ਹੋਇਆ ਉਹਦੇ ਵਿੱਚ ਉਹਤੇ ਕਾਰਵਾਈ ਕਰਾਂਗੇ ਜੀ। ਅੱਜ ਸਕੂਲ ਤਾਂ ਉਧਰ ਖੰਨਾ ਦੇ ਵਿੱਚ GT ਰੋਡ ਤੇ ਦਰਦਨਾਕ ਹਾਦਸਾ ਵਾਪਰਿਆ। ਲੇਬਰ ਨੂੰ ਲਿਜਾ ਰਹੀ ਵੈਨ ਦੀ ਟਰੱਕ ਦੇ ਨਾਲ ਟੱਕਰ ਹੋਈ ਹੈ। ਇੱਕ ਮਹਿਲਾ ਦੀ ਦੱਸੀ ਕਿ ਮੌਕੇ ਤੇ ਮੌਤ ਹੋ ਗਈ। ਤਾਂ ਦਰਦਨਾਕ ਹਾਦਸਾ ਵਾਪਰਿਆ ਹੈ। 15 ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਔਰ ਟਰੱਕ ਦੇ ਵਿੱਚ ਦੱਸੀ ਕਿ ਸਰੀਆ ਭਰਿਆ ਹੋਇਆ ਸੀ। ਖੰਨਾ ਦਾ ਪਿੰਡ ਬੀਜਾ ਨੇੜੇ ਦਾ ਇਹ ਘਟਨਾਕ੍ਰਮ ਹੈ ਸਾਰਾ। ਜ਼ਖਮੀਆਂ ਦਾ ਖੰਨਾ ਦੇ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ। ਧਾਗਾ ਫੈਕਟਰੀ ਦੀ ਵੈਨ ਸੀ ਜਿਸ ਦੇ ਵਿੱਚ ਜ਼ਿਆਦਾਤਰ ਫੈਕਟਰੀ 'ਚ ਕੰਮ ਕਰਨ ਵਾਲੀਆਂ ਔਰਤਾਂ ਸਵਾਰ ਸਨ। ਤਾਂ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ। ਸਰੀਆ ਜੋ ਟਰੱਕ 'ਚ ਲੱਦਿਆ ਹੋਇਆ ਸੀ ਉਹ ਵੈਨ ਦੇ ਅੰਦਰ ਵੜ ਗਿਆ, 4 ਫੁੱਟ ਤੱਕ ਅੰਦਰ ਵੜਿਆ ਹੈ ਔਰ ਇਸ ਦੇ ਕਰਕੇ ਇੱਕ ਔਰਤ ਦੀ ਮੌਕੇ ਤੇ ਮੌਤ ਹੋ ਗਈ ਹੈ ਔਰ ਬਾਕੀ ਹੋਰ ਜਣੇ ਕਾਫੀ ਗੰਭੀਰ ਜ਼ਖਮੀ ਨੇ। ਤਸਵੀਰਾਂ ਦੱਸ ਰਹੀਆਂ ਨੇ ਕਿਸ ਕਿਸਮ ਦੇ ਨਾਲ ਇਹ ਦਰਦਨਾਕ ਹਾਦਸਾ ਵਾਪਰਿਆ। था वो आधा रास्ता में रोक दिया था, हटा से जो गाड़ी ब्रेक मारा ना, सब मतलब जितना थी था सब अंदर घुस गया। तो उसके बाद एक बंदा और एक बंदी बहुत घायल हुए हैं, एक बंदी नहीं बची। बंदा का थोड़ा सा हौसला है। हरसुकना जा रहा था गाड़ी। तो फैक्ट्री की गाड़ी थी? हाँ, फैक्ट्री की गाड़ी थी। ਪੈਨ ਫੈਕਟਰੀ ਵਾਲੀ ਉਹਦੇ ਵਿੱਚ 25 ਸਵਾਰੀਆਂ ਸੀਗੀਆਂ, ਜਿਹਦੇ ਕਿ 4 ਜ਼ਖਮੀ ਹੋ ਗਏ ਤੇ ਇੱਕ ਦੀ ਡੈਥ ਵੀ ਹੋ ਗਈ ਆ। अच्छा जी। हाँ जी। ਤੇ ਕਿੰਨਾ ਕੁ ਸਰੀਆ ਜਿਹੜਾ ਗੱਡੀ ਦੇ ਵਿੱਚ ਵੜ ਗਿਆ? ਸਰੀਆ ਤਕਰੀਬਨ ਹੋਊਗਾ 4 ਫੁੱਟ ਦੇ ਕਰੀਬ ਵਿੱਚ ਰਹਿ ਗਿਆ ਸੀਗਾ। ਤਾਂ ਗੁਰਦੀਪ ਸਿੰਘ ਫੋਨ ਲਾਈਨ ਤੇ ਨੇ ਮੇਰੇ ਸਹਿਯੋਗੀ। ਗੁਰਦੀਪ, ਕੀ ਕੁਝ ਅਪਡੇਟ ਹੈ ਇਸ ਮਾਮਲੇ ਦੇ ਵਿੱਚ? ਕੀ ਕੁਝ ਤਸਵੀਰ, ਕਿਉਂਕਿ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ, ਕਾਫੀ ਜਣੇ ਜ਼ਖਮੀ ਵੀ ਸਨ। ਜੀ ਜਿਹੜਾ ਮਾਮਲਾ ਹੈ ਇਸ ਦੇ ਵਿੱਚ ਜਿਹੜੇ ਘਾਇਲ ਸੀਗੇ ਉਹਨਾਂ ਨੂੰ ਕੁਝ ਨੂੰ ਖੰਨਾ ਸਿਵਲ ਹਸਪਤਾਲ 'ਚ ਲਿਆਂਦਾ ਗਿਆ ਸੀ ਇਲਾਜ ਦੇ ਲਈ, ਤੇ ਕੁਝ ਨੂੰ ਦਰਾਹਾ ਤੇ ਕੁਝ ਨੂੰ ਬੀਜਾ ਤੇ ਕੁਝ ਨੂੰ ਲੁਧਿਆਣਾ ਲਿਜਾਇਆ ਗਿਆ ਸੀਗਾ। ਹਜੇ ਤੱਕ ਇਹੀ ਜਾਣਕਾਰੀ ਮਿਲ ਪਾਈ ਹੈ ਵੀ ਘਾਇਲਾਂ ਦੇ ਵਿੱਚੋਂ ਜਿਹੜੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਸੀ ਉਹਨਾਂ ਦੇ ਵਿੱਚੋਂ 2 ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ 'ਚ ਇੱਕ ਮਹਿਲਾ ਸ਼ਾਮਿਲ ਹੈ ਤੇ ਇੱਕ ਮਰਦ ਸ਼ਾਮਿਲ ਹੈ ਔਰ ਦੋਨਾਂ ਦੀ ਉਮਰ ਜਿਹੜੀ ਹੈ ਤਕਰੀਬਨ 22 ਸਾਲ ਦੱਸੀ ਜਾ ਰਹੀ ਹੈ। ਇਹ ਇੰਨਾ ਭਿਆਨਕ ਦਰਦਨਾਕ ਹਾਦਸਾ ਸੀ ਜਿਸ ਦੇ ਵਿੱਚ 15 ਲੋਕਾਂ ਦੇ ਜ਼ਖਮੀ ਹੋਣ ਦਾ ਜਾਣਕਾਰੀ ਪ੍ਰਾਪਤ ਹੋਈ ਸੀ ਕਿ ਉਹਨਾਂ ਦੇ ਵਿੱਚੋਂ ਕੁਝ ਨੂੰ ਲੁਧਿਆਣਾ, ਕੁਝ ਦੇ ਵਿੱਚ ਇਲਾਜ ਚੱਲਦਾ ਪਿਆ ਜੀ। ਠੀਕ ਹੈ, ਧੰਨਵਾਦ ਹੈ ਗੁਰਦੀਪ ਤਮਾਮ ਜਾਣਕਾਰੀ ਲਈ। ਤਾਂ 2 ਜਣਿਆਂ ਦੀ ਮੌਤ ਹੋ ਗਈ ਹੈ। ਜਾਣਕਾਰੀ ਜਿਹੜੀ ਹੈ ਅਪਡੇਟ ਕਰਕੇ ਦਰਸ਼ਕਾਂ ਤੱਕ ਪਹੁੰਚਾ ਦਈਏ। ਇੰਨਾ ਜ਼ਿਆਦਾ ਭਿਆਨਕ ਹਾਦਸਾ ਹੈ, ਦਰਦਨਾਕ ਹਾਦਸਾ ਹੈ। 2 ਜਣੇ ਮਾਰੇ ਜਾ ਚੁੱਕੇ ਨੇ। 22 ਸਾਲ ਉਹਨਾਂ ਦੀ ਤਕਰੀਬਨ ਉਮਰ ਹੈ ਦੋਵਾਂ ਦੀ। ਇੱਕ ਇਸ ਦੇ ਵਿੱਚ ਮਹਿਲਾ ਸ਼ਾਮਿਲ ਹੈ। ਸਰੀਆ ਜਾ ਰਿਹਾ ਸੀ ਟਰੱਕ ਦੇ ਵਿੱਚ ਜਿਸ ਦੇ ਨਾਲ ਇਸ ਵੈਨ ਦੀ ਟੱਕਰ ਹੋ ਗਈ। ਧੁੰਦ ਵੀ ਇਸ ਦੀ ਇੱਕ ਵਜ੍ਹਾ ਦੱਸੀ ਜਾ ਰਹੀ ਹੈ। ਤਾਂ ਦਰਦਨਾਕ ਹਾਦਸਾ ਵਾਪਰਿਆ ਖੰਨਾ ਦੇ ਵਿੱਚ। ਦੱਸ ਦਈਏ ਕਿ ਇਹ ਟੱਕਰ ਹੋਈ ਹੈ, ਖਰਾਬ ਹੋ ਗਿਆ ਸੀ ਇਹ ਟਰੱਕ। ਜਦੋਂ ਇਸ ਨੂੰ ਰੋਡ ਤੇ ਹੀ ਖਰਾਬ ਟਰੱਕ ਨੂੰ ਦਰੁਸਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਪਿੱਛੋਂ ਵੈਨ ਆ ਰਹੀ ਸੀ ਔਰ ਇਸ ਵੈਨ ਦੇ ਵਿੱਚ ਵੀ ਤਾਦਾਦ ਤੋਂ ਜ਼ਿਆਦਾ ਲੋਕ ਮੌਜੂਦ ਸਨ। ਇੱਕ ਇਹ ਵੀ ਰੂਲ ਜਿਹੜਾ ਹੈ ਇੱਥੇ ਤੋੜਿਆ ਗਿਆ ਹੈ, ਨਿਯਮ ਦੀ ਉਲੰਘਣਾ ਕੀਤੀ ਗਈ ਹੈ। ਇਸ ਦੀ ਵਜ੍ਹਾ ਵੀ ਦੱਸੀ ਜਾ ਰਹੀ ਹੈ ਇਸ ਦਰਦਨਾਕ ਹਾਦਸੇ ਦੇ ਵਾਪਰਨ ਦੀ।